ਅੱਜ ਤੁਹਾਨੂੰ ਕਿਸਾਨ ਭਰਾਵਾਂ ਨੂੰ ਇੱਕ ਅਜਿਹੀ ਚੀਜ਼ ਦਿਖਾਉਣ ਜਾ ਰਿਹਾ ਜਾਂ ਉਹਨਾਂ ਲੋਕਾਂ ਦੇ ਲਈ ਇੱਕ ਅਜਿਹੀ ਕਹਾਣੀ ਅਜਿਹੀ ਇੱਕ ਤਸਵੀਰ ਦਿਖਾਉਣ ਜਾ ਰਿਹਾ ਜਿਹੜੇ ਕਿਸਾਨਾਂ ਨੂੰ ਅਨਪੜ੍ਹ ਕਹਿੰਦੇ ਨੇ, ਜਿਹੜੇ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਨੇ। ਅੱਜ ਤੁਹਾਨੂੰ ਇੱਕ ਅਜਿਹੇ ਕਿਸਾਨ ਭਰਾ ਦੇ ਨਾਲ ਮਿਲਾਉਣ ਜਾ ਰਿਹਾ ਜੋ ਗੰਦਗੀ ਤੋਂ, ਸ਼ਹਿਰ ਦੇ ਕੂੜੇ ਕਰਕਟ ਤੋਂ ਜੈਵਿਕ ਖਾਦ ਤਿਆਰ ਕਰ ਰਿਹਾ ਹੈ। ਤਸਵੀਰਾਂ ਮੈਂ ਚਾਹੂੰਗਾ ਇੱਕ ਵਾਰ ਤੁਸੀਂ ਦੇਖ ਲਿਓ। ਇਹ ਵੇਸਟੇਜ ਘਰਾਂ ਤੋਂ ਆਈ ਹੈ, ਹੋਟਲਾਂ ਤੋਂ ਆਈ ਹੈ, ਰੈਸਟੋਰੈਂਟਸ ਤੋਂ ਆਈ ਹੈ, ਬੱਸ ਅੱਡੇ ਤੋਂ ਆਈ ਹੈ। ਇਹ ਉਹੀ ਚੀਜ਼ਾਂ ਜਿਹੜੀਆਂ ਆਪਾਂ ਖਾਣ ਪੀਣ ਤੋਂ ਬਾਅਦ ਵੇਸਟੇਜ ਘਰਾਂ ਦੇ ਵਿੱਚ ਸੁੱਟ ਦਿੰਦੇ ਆ ਜਾਂ ਗਲੀਆਂ ਨਾਲੀਆਂ ਦੇ ਵਿੱਚ ਸੁੱਟ ਦਿੰਦੇ ਆ ਤਾਂ ਹਰ ਤਰ੍ਹਾਂ ਦੀ ਬਲੋਕੇਜ ਵੀ ਹੁੰਦੀ ਆ, ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਵੱਡੇ ਵੱਡੇ ਕੂੜੇ ਦੇ ਡੰਪ ਲੱਗ ਜਾਂਦੇ ਨੇ। ਇਹਦੇ ਵਿੱਚ ਸਬਜ਼ੀਆਂ ਦੀ ਵੇਸਟੇਜ ਹੈ, ਫਲਾਂ ਦੀ ਵੇਸਟੇਜ ਹੈ, ਪਿਆਜ਼ ਦੀ ਵੇਸਟੇਜ ਹੈ, ਜਾਂ ਕੋਈ ਵੀ ਆਪਾਂ ਕਹਿ ਲਈਏ ਜਿਹੜੀ ਖਾਣ ਵਾਲੀ ਚੀਜ਼ ਹੈ ਜਿਹੜੀ ਉਗਾਈ ਜਾਂਦੀ ਹੈ ਉਸ ਚੀਜ਼ ਦੀ ਵੇਸਟੇਜ ਹੈ। ਤਾਂ ਇਸ ਵੇਸਟੇਜ ਨੂੰ ਕਿਵੇਂ ਇੱਕ ਸਰਦਾਰ ਜੀ ਦੇ ਵੱਲੋਂ ਵਰਤ ਕੇ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ। ਸਾਡੇ ਨਾਲ ਭਾਈ ਸਾਹਿਬ ਨੇ। ਭਾਈ ਜੀ ਕੀ ਨਾਂ ਤੁਹਾਡਾ ਔਰ ਇਸ ਪਲਾਂਟ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਸਵਾਗਤ ਤੁਹਾਡਾ ਹਮਦਰਦ ਜੀ। ਸਤਿ ਸ਼੍ਰੀ ਅਕਾਲ ਭਾਜੀ, ਹਮਦਰਦ ਟੀਵੀ ਵੱਲੋਂ ਬਹੁਤ ਬਹੁਤ ਸ਼ੁਕਰੀਆ ਆਉਣ 'ਤੇ। ਮੇਰਾ ਨਾਮ ਹਰਪ੍ਰੀਤ ਸਿੰਘ ਸੈਣੀ ਹੈ ਜੀ, ਮੈਂ ਜਲੰਧਰ ਦਾ ਵਾਸੀ ਹਾਂ ਜੀ। ਅਤੇ ਇਹ ਆਪਣਾ ਯੂਨਿਟ ਜਲੰਧਰ ਦੇ ਵਿੱਚ ਆਪਾਂ ਸੈਟਅਪ ਲਗਾਇਆ ਹੋਇਆ ਆ ਔਰਗੈਨਿਕ ਖਾਦ ਬਣਾਉਣ ਵਾਸਤੇ ਜੀ। ਅੱਛਾ, ਇਹ ਸਾਰੇ ਵੇਸਟੇਜ ਦੇ ਉੱਤੋਂ ਤੁਸੀਂ ਖਾਦ ਤਿਆਰ ਕਰਦੇ ਆ ਜਿਹੜੀ ਆਪਾਂ ਫਸਲਾਂ ਨੂੰ ਪਾਉਂਦੇ ਆ? ਬਿਲਕੁਲ ਜੀ ਬਿਲਕੁਲ। ਇਹ ਸਾਰੀ ਜਿੰਨੀ ਵੀ ਹੈਗੀ ਆ ਇਹ ਵੈਟ ਗਾਰਬੇਜ ਹੈ, ਜਿੱਦਾਂ ਹੋਟਲਾਂ ਦੇ ਵਿੱਚੋਂ ਵੇਸਟੇਜ ਹੋ ਜਾਂਦੀ ਹੈ ਜੀ, ਅਤੇ ਆਪਣੀ ਫਲਾਂ ਦੀਆਂ ਦੁਕਾਨਾਂ ਤੋਂ ਜਾਂ ਜੂਸ ਬਾਰ ਤੋਂ, ਬੇਕਰੀਆਂ ਤੋਂ, ਰੈਸਟੋਰੈਂਟਾਂ ਤੋਂ, ਕਿਤੋਂ ਵੀ ਜਿਹੜੀ ਸਾਡੀ ਹੈਗੀ ਵੇਸਟੇਜ ਆ ਰਹੀ ਹੈਗੀ ਆ, ਇਹ ਅਸੀਂ ਇੱਥੇ ਲਿਆ ਕੇ ਪ੍ਰੋਸੈਸ ਕਰਦੇ ਉਹਨੂੰ ਜੀ। ਪ੍ਰੋਸੈਸ ਦਾ ਮਤਲਬ ਕਿ ਇਹਦੀ ਸੈਗਰੀਗੇਸ਼ਨ ਕਰਦੇ ਆ। ਜਿਸ ਤਰ੍ਹਾਂ ਤੁਸੀਂ ਆਹ ਟੇਬਲ ਦੇਖ ਸਕਦੇ ਆ। ਮੈਂ ਚਾਹੂੰਗਾ ਇੱਕ ਵਾਰੀ ਭਾਜੀ ਪੂਰਾ ਪ੍ਰੋਸੈਸ ਦਿਖਾ ਦਿਓ ਵੀ ਕਿੱਥੋਂ ਸ਼ੁਰੂ ਹੁੰਦਾ ਹੈ ਸਾਰਾ ਤੁਹਾਡਾ ਖਾਦ ਬਣਾਉਣ ਦਾ ਸਿਲਸਿਲਾ। ਇਸ ਤਰ੍ਹਾਂ ਦੇਖੋ, ਹੁਣੇ ਉਹ ਲੜਕੇ ਕਿਸੇ ਹੋਟਲ ਦੇ ਵਿੱਚੋਂ ਕਚਰਾ ਲੈ ਕੇ ਆਏ ਹੈਗੇ ਜੀ, ਕਿਸੇ ਫੰਕਸ਼ਨ ਦਾ ਕਚਰਾ ਹੈਗਾ, ਉਹ ਇੱਥੇ ਆ ਗਿਆ, ਉੱਥੋਂ ਸੈਗਰੀਗੇਸ਼ਨ ਹੋ ਚੁੱਕੀ ਹੈ। ਹਲਕਾ ਫੁਲਕਾ ਕੋਈ ਪਲਾਸਟਿਕ ਦਾ ਲਿਫਾਫਾ, ਕੋਈ ਕੱਚ ਦਾ ਗਲਾਸ, ਕੋਈ ਪਲਾਸਟਿਕ ਦੀ ਬੋਤਲ ਆ, ਅਸੀਂ ਇੱਥੇ ਛਾਂਟੀ ਕਰਦੇ ਹਾਂ। ਇੱਥੋਂ ਛਾਂਟੀ ਕਰਨ ਤੋਂ ਬਾਅਦ ਫਿਰ ਇਸ ਟੇਬਲ ਦੇ ਉੱਪਰ ਆਉਂਦੀ ਆ ਜੀ। ਇਸ ਟੇਬਲ ਨੂੰ ਅਸੀਂ ਸੈਗਰੀਗੇਸ਼ਨ ਟੇਬਲ ਕਹਿੰਦੇ ਆ ਜੀ। ਇਹ ਸੈਗਰੀਗੇਸ਼ਨ ਟੇਬਲ ਦੇ ਵਿੱਚ ਸਾਡੀ ਸਾਰੀ ਖਾਦੀ ਇੱਕ ਵਾਰੀ ਫਿਰ ਪ੍ਰੀ ਸੈਗਰੀਗੇਸ਼ਨ ਹੁੰਦੀ ਆ ਵੀ ਕੋਈ ਮਾਈਨਰ ਜਿਹਾ ਕਚਰਾ ਜਾਂ ਲਿਫਾਫਾ ਰਹਿ ਵੀ ਜਾਵੇ ਉਹ ਇੱਥੇ ਛਣਾਈ ਕੀਤੀ ਜਾਵੇ। ਇਹਦੀ ਛਣਾਈ ਕਰਨ ਤੋਂ ਬਾਅਦ ਅਸੀਂ ਇੱਕ ਬੈਚ ਤਿਆਰ ਕਰਦੇ 30 ਕਿਲੋ ਦਾ। ਆਹ ਸਾਡੀ ਵੇਇੰਗ ਮਸ਼ੀਨ ਲੱਗੀ ਹੋਈ ਹੈ। ਅਸੀਂ 30 ਕਿਲੋ ਦੇ ਬੈਚ ਇੱਥੋਂ ਤਿਆਰ ਕਰਕੇ ਸਿੱਧੇ ਆਪਣੀ ਮਸ਼ੀਨ ਦੇ ਵਿੱਚ ਪਾਉਂਦੇ ਆ। ਜਦੋਂ ਅਸੀਂ ਮਸ਼ੀਨ ਦੇ ਵਿੱਚ ਪਾਉਂਦੇ, ਇਸ ਮਸ਼ੀਨ ਦੇ ਅੰਦਰ ਕਟਰ ਲੱਗੇ ਹੋਏ ਆ, ਮਿਕਸਿੰਗ ਮਸ਼ੀਨ ਆ, ਉਹ ਸਾਰੀ ਸਟੇਨਲੈਸ ਸਟੀਲ ਦੀ ਬਣੀ ਹੋਈ ਮਸ਼ੀਨ ਆ ਜੀ ਇਹ। ਨਾਲ ਹੀ ਅਸੀਂ ਇਹਦੇ ਅੰਦਰ ਇੱਕ ਬਾਇਓ ਕਲਚਰ ਪਾਉਂਦੇ ਆ। ਬਾਇਓ ਕਲਚਰ ਜਿਹੜਾ ਹੈਗਾ ਉਹ ਇੰਡੀਆ ਦੀ ਬੜੀ ਰਿਪਿਊਟਡ ਕੰਪਨੀ ਤੋਂ ਅਸੀਂ ਲੈ ਰਹੇ ਹਾਂ ਜੀ। ਅਤੇ ਨਾਲ ਹੀ ਇੱਕ ਅਸੀਂ ਓਡੋਰਲੈਸ ਸਪਰੇਅ ਕਰਦੇ ਹਾਂ, ਕਿਉਂਕਿ ਜਿਹੜੀ ਮੇਰੀ ਵਰਕਸ਼ਾਪ ਹੈਗੀ ਉਹ ਪਬਲਿਕ ਪਲੇਸ ਯਾਨੀ ਕਿ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਮੌਜੂਦ ਹੈ। ਔਰ RRKK ਇਨਫਰਾਸਟਰਕਚਰ ਦੇ ਰਹਿਨੁਮਾਈ ਦੇ ਅਸੀਂ ਅੰਦਰ ਇਹ ਕੰਮ ਕਰ ਰਹੇ ਹੈਗੇ ਆ। ਅਤੇ ਉਸ ਤੋਂ ਬਾਅਦ ਅਸੀਂ ਓਡੋਰਲੈਸ ਕਲਚਰ ਦੇ ਉੱਪਰ ਮਾਰਦੇ ਹਾਂ। ਇਹਦੀ ਜਿੰਨੀ ਵੀ ਸਮੈਲ ਹੈਗੀ ਆ ਉਹ ਸਾਰੀ ਸਮੈਲ ਵਿਦਇਨ ਮਿੰਟਸ ਖਤਮ ਹੋ ਜਾਂਦੀ ਹੈਗੀ ਆ। ਵੀ ਕੋਈ ਕੱਲ੍ਹ ਨੂੰ ਕਿਸੇ ਆਮ ਪਬਲਿਕ ਨੂੰ ਇਹਦੇ ਬਾਰੇ ਕੋਈ ਕੰਪਲੇਂਟ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਹੈਗਾ ਜੀ। ਜਦੋਂ ਅਸੀਂ ਇਹਦੇ ਅੰਦਰ ਆਪਣਾ ਬਾਇਓ ਕਲਚਰ ਪਾਉਂਦੇ ਹੈਗੇ ਆ, ਬਾਇਓ ਕਲਚਰ ਪਾਉਣ ਦੇ ਨਾਲ ਕੀ ਹੁੰਦਾ ਹੈਗਾ, ਸਾਡੇ ਐਂਜ਼ਾਈਮ ਪੈਦਾ ਹੁੰਦੇ ਆ। ਤੁਸੀਂ ਜਿਸ ਤਰ੍ਹਾਂ ਆਪਣੇ ਪਿੱਛੇ ਦੇਖ ਸਕਦੇ ਆ ਜੀ, ਇਹ ਸਾਡੇ ਕੋਲ ਕ੍ਰੇਟ ਜਿਹੜੇ ਹੈਗੇ ਇਹ 2 ਦਿਨ ਦਾ ਮਾਲ ਤਿਆਰ ਆ ਜੀ। ਅਸੀਂ ਤਕਰੀਬਨ 3 ਟਨ ਜਿਹੜਾ ਕਚਰਾ ਹੈਗਾ ਆ ਉਹ ਸ਼ਹਿਰ 'ਚੋਂ ਇਕੱਠਾ ਕਰਕੇ ਲੈ ਕੇ ਆਉਂਦੀ ਮੇਰੀ ਟੀਮ। ਜਿਹੜੇ ਕੰਪਨੀ ਦੇ ਲੜਕੇ ਹੈਗੇ ਆ ਉਹ 3 ਟਨ ਜਿਹੜਾ ਕਚਰਾ ਉਹ ਇਕੱਠਾ ਰੋਜ਼ ਕਰਕੇ ਲੈ ਕੇ ਆਉਂਦੇ ਆ ਜੀ। ਜਿਸ ਤਰ੍ਹਾਂ ਇਹਦੀ ਤੁਸੀਂ ਦੇਖੋ ਪ੍ਰੋਸੈਸਿੰਗ ਯੂਨਿਟ ਚੱਲ ਰਿਹਾ ਜੀ। ਚਾਹੂੰਗਾ ਕੈਮਰਾਮੈਨ ਨੂੰ ਵੀ ਇਹ ਪ੍ਰੋਸੈਸ ਥੋੜ੍ਹਾ ਜਿਹਾ ਦਿਖਾ ਦਿੱਤਾ ਜਾਵੇ। ਥੋੜਾ ਮਸ਼ੀਨ ਦੇ ਜੇ ਕੋਲ ਜਾ ਸਕਦੇ ਹੋ, ਕੋਲ ਜਾ ਕੇ ਜਿਸ ਤਰੀਕੇ ਦੇ ਨਾਲ ਉੱਪਰ ਇੱਕ ਕਾਰੀਗਰ ਕੰਮ ਕਰ ਰਿਹਾ ਹੈ, ਇੱਕ ਬਾਈ ਕੰਮ ਕਰ ਰਿਹਾ, ਉਹ ਚੀਜ਼ ਦਿਖਾ ਦਿੱਤਾ ਜਾਵੇ। ਅੱਛਾ ਬਾਈ ਜੀ, ਇਹ ਸਾਰਾ ਜਦੋਂ ਇੱਥੋਂ ਸੈਗਰੀਗੇਟ ਹੋ ਗਿਆ ਉਸ ਤੋਂ ਬਾਅਦ ਉਸ ਮਸ਼ੀਨ 'ਚ ਉਸ ਮਸ਼ੀਨ ਦੇ ਵਿੱਚ ਸਰ ਜਾਂਦਾ ਹੈਗਾ। ਉਸ ਮਸ਼ੀਨ 'ਚ ਜਾਣ ਤੋਂ ਬਾਅਦ ਕਿ ਜੀ ਆਪਣਾ ਜਿਹੜਾ ਹੈਗਾ ਹੁੰਦਾ ਹੈਗਾ ਇਹ 'ਚ ਬਾਇਓ ਕਲਚਰਸ ਪੈਂਦੇ ਹੈਗੇ ਆ ਜੀ। ਬਾਇਓ ਕਲਚਰਸ ਜਦੋਂ ਪੈਂਦੇ ਹੈਗੇ ਆ ਅਤੇ ਬਾਇਓ ਕਲਚਰਸ ਦੇ ਵਿੱਚ ਕੀ ਐਂਜ਼ਾਈਮ ਬਣਦੇ ਹੈਗੇ ਆ। ਜਿੱਦਾਂ ਅੱਜ ਮੈਂ 1 ਟਨ ਜਾਂ 3 ਟਨ ਕੂੜਾ ਅੱਜ ਮੈਂ ਲੈ ਕੇ ਆਇਆ, ਇਹ ਮੇਰੇ ਬਾਇਓ ਕਲਚਰ ਨੇ 1 ਮਹੀਨੇ ਦੇ ਵਿੱਚ ਸਿਰਫ ਇਹਦਾ ਵੋਲੀਅਮ ਘਟਾ ਕੇ 700 ਕਿਲੋ ਰੱਖ ਦੇਣਾ ਜੀ। 1 ਕੁਇੰਟਲ ਇਹ ਤੁਹਾਡੇ ਕੋਲ ਕਚਰਾ ਆਇਆ ਸੀਗਾ, ਵੇਸਟੇਜ ਆਈ ਸੀਗੀ 1 ਟਨ ਦਾ ਅਸੀਂ 30 ਦਿਨਾਂ ਦੇ ਵਿੱਚ ਸਿਰਫ 300 ਕਿਲੋ ਸਾਡੇ ਕੋਲ ਬਾਕੀ ਰਹਿੰਦਾ ਜੀ। ਉਹ ਜਿਹੜੀ ਚੀਜ਼ ਬਾਜੀ ਸਾਡੇ ਕੋਲ ਬਚਦੀ ਹੈਗੀ ਉਹਨੂੰ ਅਸੀਂ ਆਰਗੈਨਿਕ ਖਾਦ ਦਾ ਨਾਮ ਦਿੰਦੇ ਆ। ਉਹਦੇ ਵਿੱਚ ਤੁਹਾਨੂੰ ਕਿਸੇ ਤਰੀਕੇ ਦੀ ਕੋਈ ਸਮੈਲ ਨਹੀਂ ਆਏਗੀ। ਔਰ ਜਿਹੜੀ ਅਸੀਂ ਖਾਦ ਬਣਾਈ ਸੀ ਅਸੀਂ ਸੋਇਲ ਡਿਪਾਰਟਮੈਂਟ ਤੋਂ ਵੀ ਇਹਨੂੰ ਮਨਜ਼ੂਰਸ਼ੁਦਾ ਕਰਾਇਆ ਜੀ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਉਹਦੇ ਨਾਲ ਕੀ ਸਾਡੇ ਜਿਹੜੇ ਆਰਗੈਨਿਕ ਕਰ ਰਹੇ ਆ ਫਾਰਮਰ, ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਵੀ ਜੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਕ੍ਰਾਂਤੀ ਲੈ ਕੇ ਆਉਣੀ ਚਾਹੁੰਦੇ ਹਾਂ ਆਰਗੈਨਿਕ ਖੇਤੀ ਬਾਰੇ, ਉਹ ਪਲੀਜ਼ ਮੇਰੇ ਨਾਲ ਆ ਕੇ ਕੰਟੈਕਟ ਕਰ ਸਕਦੇ ਹੈਗੇ ਆ। ਅਤੇ ਉਸ ਤੋਂ ਬਾਅਦ ਕੀ ਸਾਡੀ ਜਿਹੜੀ ਆਰਗੈਨਿਕ ਖਾਦ ਹੈਗੀ ਆ ਇਹ ਇਸ ਟਾਈਮ ਸਾਡੀਆਂ ਸਮਝ ਲਓ ਜੀ ਪੰਜਾਬ ਦੀਆਂ ਜਿਹੜੀਆਂ ਲੀਡਿੰਗ ਨਰਸਰੀਜ਼ ਹੈਗੀਆਂ ਮਲੇਰਕੋਟਲਾ ਦੇ ਵਿੱਚ ਜਾਂ ਲੁਧਿਆਣੇ ਦੇ ਵਿੱਚ, ਉਹ ਸਾਡੇ ਕੋਲ ਲੈ ਕੇ ਇਸ ਖਾਦ ਨੂੰ ਇਹਦੇ 'ਚ ਡਾਇਰੈਕਟ ਸੀਡਲਿੰਗ ਕਰ ਰਹੇ ਆ ਔਰ ਬੜੇ ਪੋਜ਼ਿਟਿਵ ਰਿਜ਼ਲਟ ਉਹਨਾਂ ਨੂੰ ਮਿਲ ਰਹੇ ਹੈਗੇ ਆ ਜੀ। ਅੱਛਾ, 1 ਕੁਇੰਟਲ ਦੇ ਵਿੱਚੋਂ ਜਿਹੜਾ ਇੱਕ ਟਨ ਦੀ ਗੱਲ ਕਰਦੇ ਆ ਤੁਸੀਂ, 1 ਟਨ ਦੇ ਵਿੱਚੋਂ ਕਿੰਨੀ ਖਾਦ ਬਣਦੀ ਆ ਆਰਗੈਨਿਕ? 300 ਕਿਲੋ ਦੇ ਕਰੀਬ ਖਾਦ ਬਣਦੀ ਹੈ ਜੀ 1 ਟਨ ਦੇ ਵਿੱਚ।
ਉਹ ਸਾਡਾ ਮੇਰਾ ਮੇਨ ਮੁੱਦਾ ਖਾਦ ਦੇ ਨਾਲ ਆਪਣੇ ਜਲੰਧਰ ਸ਼ਹਿਰ ਦੇ ਵਿੱਚੋਂ ਦੀ ਜਿਹੜੇ ਕੂੜੇ ਦੇ ਡੰਪ ਬਣ ਰਹੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਮੇਰਾ ਮੁੱਦਾ ਸੀਗਾ ਵੀ ਆਪਾਂ ਉਹਨਾਂ ਨੂੰ ਖਤਮ ਕਿੱਦਾਂ ਕਰੀਏ, ਕਿਉਂਕਿ ਹੁਣ ਕਾਰਪੋਰੇਸ਼ਨ ਦੇ ਉੱਪਰ ਕਰੋੜਾਂ ਰੁਪਏ ਦੇ ਖਰਚੇ ਪੈ ਰਹੇ ਡੰਪ ਨੂੰ ਰਿਡਿਊਸ ਕਰਨ ਵਾਸਤੇ। ਸੋ ਮੈਂ ਆਪਣੇ ਕਾਰਪੋਰੇਸ਼ਨ ਦੇ ਜਿਹੜੇ ਸਾਡੇ ਸੈਂਟਰੀ ਡਿਪਾਰਟਮੈਂਟ ਦੇ ਵਿੱਚ ਜਾਂ ਸਾਡੇ ਕਮਿਸ਼ਨਰ ਸਾਹਿਬ ਆ ਉਹਨਾਂ ਨੂੰ ਵੀ ਤਹਿ ਦਿਲੋਂ ਰਿਕੁਐਸਟ ਕਰਨੀ ਚਾਹੁੰਦਾ ਹੈਗਾ ਵੀ ਇੱਕ ਵਾਰੀ ਸਾਡੇ ਨਾਲ ਟਾਈ ਅਪ ਕਰੋ। ਸਾਡੀ ਕੰਪਨੀ ਪਿਛਲੇ 1.5 ਸਾਲ ਤੋਂ ਇਸ ਕੰਮ ਦੇ ਵਿੱਚ ਸੈੱਟ ਹੈਗੀ ਆ। ਅਸੀਂ ਕੰਟੀਨਿਊਸ ਇਸ ਟਾਈਮ ਅਸੀਂ ਆਪਣੇ ਬਲਬੂਤੇ ਤੇ ਆਪਣੀ ਲੋਕਾਂ ਨੂੰ ਐਡਵਾਈਜ਼ ਕਰਕੇ ਜਾਂ ਲੋਕਾਂ ਨੂੰ ਸਮਝਾ ਕੇ ਮੈਂ ਇਸ ਟਾਈਮ 25-30 ਦੇ ਕਰੀਬ ਹੋਟਲ ਰੈਸਟੋਰੈਂਟਾਂ ਨੂੰ ਨਾਲ ਜੋੜਿਆ। ਉਹ ਲੋਕੀ ਸਮਝਦਾਰ ਆ ਵੀ ਅਸੀਂ ਕੂੜਾ ਡੰਪ ਤੇ ਨਹੀਂ ਪਾਉਣਾ ਹੈਗਾ ਤੇ ਉਹ ਸਾਡਾ ਕੂੜਾ ਸਾਡੀ ਕੰਪਨੀ ਦੇ ਕੋਲ ਇੱਥੇ ਆ ਰਿਹਾ ਜੀ। ਅਸੀਂ ਸੈਗਰੀਗੇਟ ਕਰਕੇ ਤੇ ਉਹਦੀ ਸਾਰੀ ਦੀ ਸਾਰੀ ਆਰਗੈਨਿਕ ਖਾਦ ਤਿਆਰ ਕਰਦੇ ਆ ਜੀ। ਇਹ ਫਿਰ ਜਦੋਂ 1 ਟਨ ਦੀ ਗੱਲ ਕਰਦੇ ਹੋ ਤੁਸੀਂ 300 ਕਿਲੋ ਉਹਦੇ ਵਿੱਚੋਂ ਜਿੰਨੀ ਵੀ ਨਿਕਲਦੀ ਹੈ, ਕੀਮਤ ਕੀ ਹੈ ਇਹਦੀ ਬਾਜ਼ਾਰ ਦੇ ਵਿੱਚ? ਸਰ ਅਸੀਂ ਦੇਖੋ ਇਸ ਟਾਈਮ ਜਿਹੜੇ ਸਾਡੇ ਕੋਲ ਹੋਲਸੇਲ ਦੇ ਵਿੱਚ ਲੈ ਕੇ ਜਾ ਰਹੇ ਹੈਗੇ ਆ ਅਸੀਂ ਉਹਨਾਂ ਨੂੰ 12 ਤੋਂ 15 ਰੁਪਏ ਕਿਲੋ ਦੇ ਰਹੇ ਹਾਂ ਜੀ ਖਾਦ। ਇਹ 40 ਕਿਲੋ ਦੀ ਪੈਕਿੰਗ ਦੇ ਵਿੱਚ ਹੈਗੇ ਆ ਤੇ ਜਿਹੜੇ ਘਰੇਲੂ ਸਾਡੇ ਕੋਲ ਜਿਸ ਤਰ੍ਹਾਂ ਆਉਂਦੇ ਹੈਗੇ ਜਲੰਧਰ ਸ਼ਹਿਰ ਦੇ ਜਿਨ੍ਹਾਂ ਨੇ ਬਾਗਬਾਨੀ ਲਗਾਈ ਹੈਗੀ ਆ ਉਹ 4-4 ਕਿਲੋ ਦੀ ਵੀ ਪੈਕਿੰਗ ਲੈ ਕੇ ਜਾਂਦੇ ਹੈਗੇ। ਉਹ 80 ਰੁਪਏ 100 ਰੁਪਏ ਦੇ ਵਿੱਚ ਪੈਕਿੰਗ ਉਹਨਾਂ ਨੂੰ ਅਵੇਲੇਬਲ ਹੈਗੀ ਆ ਜੀ। ਇਹਦੇ ਨਾਲ ਅਸੀਂ ਇੱਕ ਲਿਕੁਇਡ ਮੈਨਿਓਰ ਵੀ ਤਿਆਰ ਕਰਦੇ ਹਾਂ ਜਿਹੜੀ ਬਹੁਤ ਜ਼ਿਆਦਾ ਹਾਈ ਪੋਟੈਂਸੀ ਦੇ ਵਿੱਚ ਹੁੰਦੀ। ਜਦੋਂ ਅਸੀਂ ਇਹ ਖਾਦ ਤਿਆਰ ਕਰਦੇ ਹਾਂ ਇਹਦੇ ਵਿੱਚ ਬਹੁਤ ਸਾਰੀ ਮਾਤਰਾ ਦੇ ਵਿੱਚ ਸਾਡੇ ਕੋਲ ਜਿਹੜੇ ਵੈਜੀਟੇਬਲਸ ਦੇ ਅੰਦਰ ਪਾਣੀ ਹੁੰਦਾ ਆ, ਜਿਸ ਤਰ੍ਹਾਂ ਨਿੰਬੂ ਹੋ ਗਏ, ਸੰਤਰੇ ਹੋ ਗਏ, ਕਿੰਨੂ ਹੋ ਗਏ, ਮੂਲੀ ਦੇ ਪੱਤੇ ਹੋ ਗਏ, ਗੋਭੀ ਦੇ ਪੱਤੇ ਹੋ ਗਏ। ਉਹਨਾਂ 'ਚੋਂ ਜਦੋਂ ਅਸੀਂ ਮਸ਼ੀਨ ਦੇ ਵਿੱਚ ਉਹਨੂੰ ਕ੍ਰਸ਼ ਕਰਦੇ ਹਾਂ ਉਹ 'ਚੋਂ ਪਾਣੀ ਨਿਕਲਦਾ। ਜਦੋਂ ਅਸੀਂ ਮਸ਼ੀਨ 'ਚ ਉਹਨਾਂ ਨੂੰ ਪਾਉਂਦੇ ਹਾਂ ਸਰ ਉਹਦੇ ਨਾਲ ਹੀ ਅਸੀਂ ਬਾਇਓ ਕਲਚਰ ਪਾਉਂਦੇ ਹਾਂ। ਉਹ ਬਾਇਓ ਕਲਚਰ ਦੇ ਨਾਲ ਉਹ ਪਾਣੀ ਜਿਹੜਾ ਥੱਲੇ ਨਿੱਤਰ ਕੇ ਥੱਲੇ ਆ ਜਾਂਦਾ ਹੈਗਾ। ਉਹ ਆਫਟਰ 5 ਡੇਜ਼ ਇੱਕ ਐਡੀ ਕੁ ਵਧੀਆ ਖਾਦ ਬਣ ਜਾਂਦੀ ਹੈਗੀ ਆ। ਔਰ ਅਸੀਂ ਉਹ ਖਾਦ ਡਾਇਰੈਕਟ ਵੀ ਨਹੀਂ ਯੂਜ਼ ਕਰ ਸਕਦੇ, ਐਡੀ ਤੇਜ਼ ਖਾਦ ਆ ਜੀ। ਉਹਦੀ ਪਾਵਰ ਇੰਨੀ ਜ਼ਿਆਦਾ, ਇੰਨੀ ਹਾਈ ਪੋਟੈਂਸੀ ਆ ਜੀ। ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ 1 ਲੀਟਰ ਖਾਦ ਦੇ ਵਿੱਚ ਸਾਡੀ ਜਿਸ ਤਰ੍ਹਾਂ ਤੁਸੀਂ ਆਹ ਦੇਖੋ ਆਹ 1 ਲੀਟਰ ਖਾਦ ਹੈਗੀ ਆ। 1 ਲੀਟਰ ਖਾਦ ਦੇ ਵਿੱਚ 20 ਲੀਟਰ ਤੁਸੀਂ ਟੂਟੀ ਦਾ ਆਮ ਪਾਣੀ ਪਾਣਾ ਹੈਗਾ ਜੀ। ਆਮ ਪਾਣੀ ਪਾ ਕੇ ਤੇ ਉਹਨੂੰ ਆਪਣੇ ਬੂਟਿਆਂ ਦੇ ਵਿੱਚ ਡ੍ਰਿਪ ਇਰੀਗੇਸ਼ਨ ਦੇ ਸਿਸਟਮ ਨਾਲ ਜਾਂ ਹੌਲੀ ਹੌਲੀ ਚਮਚਾ 2-2 ਚਮਚੇ ਪਾ ਦਿਓ। ਉਹ ਤੁਹਾਡੀ ਮਿੱਟੀ ਦਾ ਜਿਹੜਾ ਬੈੱਡ ਬਣਿਆ ਹੋਇਆ ਉਹਨੂੰ ਸੌਫਟ ਕਰ ਦੇਗੀ। ਜਦੋਂ ਸੌਫਟ ਕਰ ਦੇਗੀ ਇਟ ਮੀਨ ਤੁਹਾਡੀਆਂ ਜਿਹੜੀਆਂ ਪਲਾਂਟਸ ਹੈਗੀਆਂ ਉਹਦੀ ਰੂਟਸ ਨੂੰ ਹਵਾ ਜਾਣੀ ਸ਼ੁਰੂ ਹੋ ਜਾਏਗੀ। ਜਦੋਂ ਰੂਟਸ ਨੂੰ ਹਵਾ ਜਾਣੀ ਸ਼ੁਰੂ ਹੋ ਗਈ ਉਹ ਨੈਚੁਰਲੀ ਬੂਟੇ ਦੀ ਗਰੋਥ ਬਹੁਤ ਫਾਸਟ ਵਧੇਗੀ ਜੀ। ਉਹ ਅੱਛਾ ਤੇ ਇਹਦੀ ਕੀਮਤ ਅਲੱਗ ਹੈ। ਅੱਛਾ ਜਿਹੜੀ ਆਪਾਂ ਦੂਸਰੀ ਖਾਦ ਯੂਰੀਆ ਪਾਉਂਦੇ ਆ ਜਾਂ ਹੋਰ ਬਹੁਤ ਸਾਰੀਆਂ ਦਵਾਈਆਂ ਦਾ ਛਿੜਕਾਅ ਕਰਦੇ ਆ, ਕਹਿੰਦੇ ਜ਼ਹਿਰ ਪਾਈ ਜਾ ਰਹੇ ਆਪਾਂ ਆਪਣੀਆਂ ਫਸਲਾਂ ਨੂੰ, ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ ਲੱਗਦਾ ਹੈ? ਕਿੰਨਾ ਕੁ ਫਰਕ ਤੁਹਾਨੂੰ ਲੱਗ ਰਿਹਾ? ਸਰ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜਿਹੜਾ ਅਸੀਂ ਯੂਰੀਆ ਪਾ ਰਹੇ ਹੈਗੇ ਆ, ਯੂਰੀਆ ਪਾਉਣ ਦੇ ਨਾਲ ਲਗਾਤਾਰ ਕੰਟੀਨਿਊਸ ਅਸੀਂ ਕਈ ਸਾਲਾਂ ਤੋਂ ਸਾਡੇ ਕਿਸਾਨ ਭਰਾ ਯੂਰੀਆ ਵਰਤਦੇ ਪਏ ਆ। ਉਹਦੇ ਨਾਲ ਸਾਡੀ ਉੱਪਰਲੀ ਜਿਹੜੀ ਲੇਅਰ ਹੈਗੀ ਆ ਉਹ ਬਿਲਕੁਲ ਟਾਈਟ ਹੋ ਚੁੱਕੀ ਮਿੱਟੀ ਦੀ। ਟਾਈਟ ਹੋਣ ਦੇ ਨਾਲ ਕੀ ਹੈ ਜਦੋਂ ਸਾਡੇ ਮੀਂਹ ਦਾ ਪਾਣੀ ਜਾਂਦਾ ਉਹ ਸਾਡੀ ਜ਼ਮੀਨ ਦੇ ਅੰਦਰ ਨਹੀਂ ਸੋਸ ਕਰਦਾ। ਇਸੇ ਕਰਕੇ ਸਾਡੀ ਜ਼ਮੀਨ ਦਾ ਵਾਟਰ ਲੈਵਲ ਥੱਲੇ ਜਾ ਰਿਹਾ ਹੈਗਾ। ਠੀਕ ਆ। ਪਰ ਪੈਸਟੀਸਾਈਡ ਜਿਹੜੇ ਹੈਗੇ ਆ ਹੁਣ ਅੱਜ ਦੀ ਡੇਟ ਵਿੱਚ ਸਾਡੇ ਕਈ ਏਰੀਏ 'ਚ ਬੈਂਗਣ ਲੱਗੇ ਹੋਏ ਆ ਔਰ ਮੈਂ ਅਮੂਮਨ ਤੌਰ 'ਤੇ ਉਹਨਾਂ ਖੇਤਾਂ 'ਚ ਵਿਜ਼ਿਟ ਕਰਕੇ ਦੇਖਦਾ ਹੈਗਾ ਉਹ ਹਰ 15 ਦਿਨਾਂ ਬਾਅਦ ਸਪਰੇਅ ਕਰਦੇ ਆ। ਜਦੋਂ ਕਣਕ ਲੱਗੀ ਆ ਯੂਰੀਆ ਦਾ ਛਿੱਟਾ ਦੇਣਾ ਸ਼ੁਰੂ ਕਰ ਦਿੰਦੇ ਆ। ਕਣਕ ਕੱਟੀ ਠੀਕ ਆ, ਜ਼ਿਮੀਦਾਰ ਪ੍ਰੋਫਿਟ ਲੈ ਰਿਹਾ, ਬਟ ਉਹਦੇ ਨਾਲ ਜਿਹੜਾ ਹੈਗਾ ਆਪਣਾ ਵਾਟਰ ਲੈਵਲ ਨੂੰ ਥੱਲੇ ਕਰਨ ਵਾਸਤੇ ਜ਼ਿਮੀਦਾਰ ਮੇਰੇ ਹਿਸਾਬ ਨਾਲ ਖੁਦ ਜ਼ਿੰਮੇਵਾਰ ਆ ਜੀ। ਅੱਛਾ ਬਾਈ ਜੀ ਹੁਣ ਜਿਹੜੇ ਉਹਦੇ ਵਿੱਚੋਂ ਤੁਸੀਂ ਤਿਆਰ ਕਰਕੇ ਉਹਨੂੰ ਸਾਰਾ ਕ੍ਰਸ਼ ਕਰ ਦਿੱਤਾ, ਸਾਰਾ ਇੱਕ ਮਿਕਸਚਰ ਬਣ ਗਿਆ, ਉਹ ਫਿਰ ਇਹਨਾਂ ਕਰੇਟਾਂ ਦੇ ਵਿੱਚ ਆ ਗਿਆ? ਹਾਂਜੀ ਉਹ ਇਹਨਾਂ ਕਰੇਟਾਂ ਦੇ ਵਿੱਚ ਆ ਜਾਂਦਾ ਜੀ। ਅਸੀਂ ਸ਼ਾਮ ਨੂੰ ਜਿੰਨੇ ਸਾਡੇ ਕੋਲ ਕਰੇਟ ਬਣਦੇ ਆ 100-150 ਜੋ ਵੀ ਸਾਡੇ ਕੋਲ ਕਰੇਟ ਬਣਦਾ ਸ਼ਾਮ ਨੂੰ ਅਸੀਂ ਇੱਥੋਂ ਉਹਨੂੰ ਸ਼ਿਫਟ ਕਰ ਦਿੰਦੇ ਆ। ਇੱਕ ਜਗ੍ਹਾ ਅਸੀਂ ਬਾਹਰ ਲਿੱਤੀ ਹੋਈ ਨੰਦਨਪੁਰ ਦੇ ਵਿੱਚ, ਉਹ ਸਾਡਾ ਕਿਊਰਿੰਗ ਯੂਨਿਟ ਕਹਿ ਲਓ ਜੀ। ਉੱਥੇ 30 ਦਿਨ 'ਚ ਇਹਨੇ ਪਿਆ ਰਹਿਣਾ ਮਾਲ ਨੇ ਜ਼ਮੀਨ ਦੇ ਉੱਤੇ। ਅੱਛਾ ਇਹ ਕ੍ਰਸ਼ ਹੋ ਕੇ ਉਸ ਤੋਂ ਬਾਅਦ ਹੁਣ 30 ਦਿਨ ਇੱਦਾਂ ਰਹੇ? 30 ਦਿਨ ਇੱਦਾਂ ਪਿਆ ਰਹੇਗਾ। ਪਰ ਸਾਨੂੰ ਫਿਰ ਵੀ 6ਵੇਂ ਤੋਂ 7ਵੇਂ ਦਿਨ ਇਹਨੂੰ ਇੱਕ ਵਾਰੀ ਪਲਟੀ ਮਾਰਨੀ ਪੈਂਦੀ ਆ ਕਿਉਂਕਿ ਜਦੋਂ ਅਸੀਂ ਇਹਨੂੰ ਜਾ ਕੇ ਸਿੱਟਣਾ ਜ਼ਮੀਨ ਦੇ ਉੱਤੇ ਇਹਦਾ ਟੈਂਪਰੇਚਰ ਜਿਹੜਾ ਹੈਗਾ 100+ ਹੋ ਜਾਂਦਾ ਜੀ ਅੰਦਰਲਾ। ਜੇ ਐਨੇ ਟੈਂਪਰੇਚਰ ਦੇ ਉੱਪਰ ਅਸੀਂ ਰੱਖਾਂਗੇ ਆਪਣੀ ਖਾਦ ਨੂੰ ਤੇ ਉਹਦੇ ਨਾਲ ਕੀ ਹੋਏਗਾ, ਐਨੇ ਟੈਂਪਰੇਚਰ 'ਚ ਸਾਡੇ ਜਿਹੜੇ ਐਂਜ਼ਾਈਮ ਅੰਦਰ ਬਣ ਚੁੱਕੇ ਹੈਗੇ ਆ ਸਾਡੇ ਐਂਜ਼ਾਈਮ ਸਾਰੇ ਜਿਹੜੇ ਡੈਡ ਹੋ ਜਾਣਗੇ। ਤੇ ਇਸ ਕਰਕੇ ਸਾਨੂੰ ਮਾਲ ਨੂੰ ਪਲਟੀ ਵੀ ਹਫਤੇ ਦੀ ਹਫਤੇ ਦੇਣੀ ਪੈਂਦੀ ਹੈਗੀ ਹੈ ਜੀ। ਜਿਵੇਂ ਆਪਾਂ ਵਿੱਚ ਕੀੜੇ ਥੋੜੇ ਜਿੱਦਾਂ ਸੁੰਡੀਆਂ ਕਹਿ ਲਈਏ, ਜਿੱਦਾਂ ਜਿਹੜੀਆਂ ਬਣ ਗਈਆਂ ਜੇ ਅਸੀਂ ਉਹਨੂੰ ਮਾਲ ਨੂੰ ਖਿਲਾਰਾਂਗੇ ਨਹੀਂ ਉਹ ਸੁੰਡੀਆਂ ਉਸ ਹੀਟ ਨਾਲ ਹੀ ਮਰ ਜਾਣੀਆਂ ਅੰਦਰ ਤੇ ਸਾਡਾ ਜਿਹੜਾ ਡੀਕੰਪੋਜ਼ ਨਹੀਂ ਹੋਏਗਾ ਕਚਰਾ ਜਿਹੜਾ ਹੈਗਾ। ਜਦੋਂ ਅਸੀਂ ਪਲਟੀ ਦਿੰਦੇ ਹਾਂ ਨੈਚੁਰਲੀ ਜਦੋਂ ਪਲਟੀ ਮਾਰਾਂਗੇ ਉਹ ਸੁੰਡੀਆਂ ਆਟੋਮੈਟਿਕ ਫਿਰ ਕਚਰੇ ਦੇ ਅੰਦਰ ਵੜ ਜਾਂਦੀਆਂ ਹੈਗੀਆਂ। ਉਹ ਧੁੱਪ ਬਰਦਾਸ਼ਤ ਨਹੀਂ ਕਰਦੀਆਂ ਹੈਗੀਆਂ, ਉਹ ਠੰਡੇ ਟੈਂਪਰੇਚਰ 'ਚ ਰਹਿਣਾ ਚਾਹੁੰਦੀਆਂ ਹੈਗੀਆਂ ਤੇ ਉਹਨਾਂ ਦੀ ਲਾਈਫ ਜਿਹੜੀ ਹੈਗੀ ਉਹ 20 ਤੋਂ 25 ਦਿਨ ਦੀ ਲਾਈਫ ਹੈ ਜੀ। 25 ਦਿਨ ਦੇ ਬਾਅਦ ਆਟੋਮੈਟਿਕ ਆਪੇ ਮਰ ਜਾਂਦੀਆਂ ਸੁੰਡੀਆਂ। ਫਿਰ ਇਸ ਤੋਂ ਬਾਅਦ ਫਿਰ ਅੱਗੇ ਇਹਦਾ ਪ੍ਰੋਸੀਜਰ ਉਹ ਜਿਹੜਾ ਦੂਸਰਾ ਪਲਾਂਟ ਆਪਾਂ ਉਹ ਵੀ ਕੋਸ਼ਿਸ਼ ਕਰਾਂਗੇ ਦੇਖਣ ਦੀ। ਔਰ ਜਿਵੇਂ ਅੱਜ ਕਿੰਨਾ ਇਹ ਮਸ਼ੀਨ ਹੈ ਜਿਹੜੀ ਚੱਲਦੀ ਹੈ ਜਦੋਂ ਇੱਕ ਦਿਨ ਦੇ ਵਿੱਚ ਕਿੰਨਾ ਮਾਲ ਤਿਆਰ ਕਰਦੇ? ਅਸੀਂ ਸਰ ਅਪਰੋਕਸੀਮੇਟਲੀ ਤੁਸੀਂ ਪਿੱਛੇ ਢੇਰ ਦੇਖ ਰਹੇ ਹੈਗੇ ਅਸੀਂ ਦੂਜੀ ਸ਼ਿਫਟ ਦਾ ਮਾਲ ਮੇਰੇ ਕੋਲ ਆਣਾ ਆ ਜੀ। ਅਪਰੋਕਸੀਮੇਟਲੀ ਸਾਡੇ ਕੋਲ 2.5 ਤੋਂ 3 ਟਨ ਜਿਹੜਾ ਹੈਗਾ ਆ ਅਸੀਂ ਜਿਹੜਾ ਹੈ ਉਹ ਗਾਰਬੇਜ ਜਿਹੜਾ ਵੈਟ ਗਾਰਬੇਜ ਉਹ ਪ੍ਰੋਸੈਸਿੰਗ ਕਰਦੇ ਡੀਕੰਪੋਜ਼ ਕਰਕੇ ਆਪਣੀ ਸਾਈਟ ਤੇ ਭੇਜ ਦਿੰਦੇ ਸ਼ਾਮ ਨੂੰ ਜੀ।
ਕਿੰਨਾ ਖਰਚਾ ਲੱਗ ਗਿਆ ਇਸ ਪਲਾਂਟ ਨੂੰ ਲਾਉਣ ਦੇ ਉੱਤੇ, ਕਿਉਂਕਿ ਬਹੁਤ ਸਾਰੀਆਂ ਸਵਾਲ ਚੁੱਕੇ ਜਾਂਦੇ ਨੇ ਕਿਸਾਨਾਂ ਦੇ ਉੱਤੇ, ਤੁਸੀਂ ਵੀ ਤਾਂ ਕਿਸਾਨੀ ਦੇ ਨਾਲ ਜੁੜੇ ਹੋ। ਕਹਿੰਦੇ ਨੇ ਵੀ ਕਿਸਾਨ ਅਨਪੜ੍ਹ ਹੈ। ਆਪਾਂ ਕੁੰਡਲੀ ਬਾਰਡਰ ਜਾਂ ਉੱਥੇ ਬਾਰਡਰ ਤੇ ਬੈਠੇ ਕਿਸਾਨਾਂ ਦੀ ਗੱਲ ਕਰੀਏ ਤਾਂ ਬੜੇ ਲੋਕਾਂ ਨੇ ਇਹ ਗੱਲਾਂ ਕਹੀਆਂ, ਕਿਸਾਨ ਪੜ੍ਹਿਆ ਲਿਖਿਆ ਨਹੀਂ ਆ, ਅਨਪੜ੍ਹ ਹੈ ਕਿਸਾਨ, ਇਹ ਤਾਂ ਇੱਥੇ ਪਿਕਨਿਕ ਮਨਾਉਣ ਦੇ ਲਈ ਆਇਆ। ਪਰ ਜਿਸ ਤਰੀਕੇ ਦਾ ਤੁਸੀਂ ਉਪਰਾਲਾ ਕੀਤਾ ਹੈ ਜਾਂ ਤੁਸੀਂ ਇਹ ਜਿਹੜੀ ਕੋਸ਼ਿਸ਼ ਕਰਕੇ ਇੱਕ ਨਵੀਂ ਚੀਜ਼ ਲੈ ਕੇ ਆਏ ਹੋ, ਕੀ ਲੱਗਦਾ ਹੈ ਵੀ ਇਹ ਲੋਕਾਂ ਉਹਨਾਂ ਨੂੰ ਜਵਾਬ ਹੈ? ਸਰ ਦੇਖੋ, ਜਿਹੜੀ ਕਿਸਾਨਾਂ ਨੂੰ ਅਨਪੜ੍ਹ ਵਾਲੀ ਉਹ ਮਿੱਥ ਬਹੁਤ ਪੁਰਾਣੀ ਹੋ ਚੁੱਕੀ ਹੈ। ਅੱਜ ਕੱਲ੍ਹ ਦੇਖੋ ਹਰ ਕਿਸਾਨ ਦਾ ਬੱਚਾ ਫੋਰਨ ਦੇ ਵਿੱਚ ਪੜ੍ਹ ਰਿਹਾ, ਅੱਛੀ ਟੈਕਨੋਲੋਜੀ ਲੈ ਕੇ ਆ ਰਿਹਾ ਹੈਗਾ। ਔਰ ਸਾਡੇ ਵੀ ਕਈ ਬੱਚੇ ਫਰੈਂਡਸ ਦੇ ਬੱਚੇ ਹੈਗੇ ਆ, ਉਹ ਇਸੇ ਹੀ ਮਤਲਬ ਕਿ ਬੇਸ ਦੇ ਉੱਪਰ ਆਪਣੀ ਸਟੱਡੀ ਕਰ ਰਹੇ, ਕਿਉਂਕਿ ਆਉਣੇ ਵਾਲਾ ਜਿਹੜਾ ਫਿਊਚਰ ਹੈਗਾ ਇਹਨਾਂ ਚੀਜ਼ਾਂ ਦਾ ਹੈ, ਜਿਹੜਾ ਆਉਣੇ ਵਾਲਾ ਫਿਊਚਰ ਹੈਗਾ, ਠੀਕ ਹੈ ਨਾ। ਤੋ ਇਸ ਕਰਕੇ ਜ਼ਿਮੀਦਾਰ ਪੜ੍ਹਿਆ ਅਨਪੜ੍ਹ ਕੋਈ ਨਹੀਂ ਹੈਗਾ ਜੀ, ਜ਼ਿਮੀਦਾਰ ਸਾਰਾ ਹੀ ਪੜ੍ਹਿਆ ਲਿਖਿਆ ਹੈ ਔਰ ਹਰ ਚੀਜ਼ ਨੂੰ ਦੇਖੋ ਤੁਹਾਡੇ ਸਾਹਮਣੇ ਉਹ ਆਬਜ਼ਰਵ ਕਰ ਰਿਹਾ ਹੈਗਾ। ਮੋਟੀ ਜੀ ਗੱਲ, ਕਾਨੂੰਨੀ ਜਿਹੜੇ ਬਿੱਲ ਬਣੇ ਸੀਗੇ, ਕਿਸਾਨੀ ਬਿੱਲ ਬਣੇ ਸੀਗੇ, ਇਹ ਸਮਝ ਤੋਂ ਬਾਹਰ ਸੀ। ਗਵਰਨਮੈਂਟ ਦੇ ਮੁਤਾਬਕ ਕਿਸਾਨ ਨਹੀਂ ਸਮਝ ਸਕੂਗੇ। ਜੇ ਕਿਸਾਨ ਸਾਡਾ ਅਨਪੜ੍ਹ ਹੁੰਦਾ ਤੇ ਇਹ ਉਹਨਾਂ ਦੀ ਸਮਝ 'ਚ ਨਾ ਕਾਨੂੰਨ ਪੈਂਦੇ। ਕਿਸਾਨ ਸਾਡਾ ਪੜ੍ਹਿਆ ਲਿਖਿਆ ਸੀਗਾ, ਉਹਨਾਂ ਨੇ ਬਹੁਤ ਛੇਤੀ ਇਹਨਾਂ ਕਾਨੂੰਨਾਂ ਨੂੰ ਬੋਚਿਆ ਤੇ ਸੰਘਰਸ਼ ਵਿੱਚ ਬੈਠਾ ਹੋਇਆ। ਤੇ ਇਸੇ ਸੰਘਰਸ਼ ਵਿੱਚ ਮੈਂ ਆਪਣੀ ਕੰਪਨੀ ਵੱਲੋਂ ਵੀ 3 ਦਿਨ ਲਾ ਕੇ ਆਇਆ ਜੀ। ਉੱਥੇ ਸਮੈਲ ਬਹੁਤ ਆ ਰਹੀ ਸੀ, ਓਡੋਰਲੈਸ ਅਸੀਂ ਲੈ ਗਏ ਸੀਗੇ ਤੇ ਸਿੰਘੂ ਬਾਰਡਰ ਤੱਕ ਜਿੰਨਾ ਸੀ, ਜਿੱਥੇ ਬਲਕਿ ਨਿਹੰਗ ਸਿੰਘਾਂ ਦੇ ਡੇਰੇ ਲੱਗੇ ਹੋਏ ਆ, ਅਸੀਂ ਬਾਇਓ ਕਲਚਰ ਦਾ ਸਪਰੇਅ ਕਰਕੇ ਆਏ, ਉੱਥੇ ਆਪਣੇ ਓਡੋਰਲੈਸ ਦਾ ਸਪਰੇਅ ਕਰਕੇ ਆਏ ਆ। ਅਸੀਂ ਨੈਕਸਟ ਪਰਸੋਂ ਨੂੰ ਫਿਰ ਜਾ ਰਹੇ ਹਾਂ ਫੌਗ ਮਸ਼ੀਨਾਂ ਲੈ ਕੇ। ਮੱਛਰ ਤੇ ਮੱਖੀ ਬਹੁਤ ਜ਼ਿਆਦਾ ਉੱਥੇ ਪਲਪ ਰਹੀ ਸੀਗੀ। ਅੱਜ ਹਰ ਬੰਦਾ ਉਸ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ। ਬਹੁਤ ਸਾਰੇ ਸਾਡੇ ਕਿਸਾਨ ਭਰਾ ਹੋਣਗੇ, ਉਹਨਾਂ ਲਈ ਕੋਈ ਖਾਦ ਦਾ ਕੋਈ ਐਲਾਨ ਕੋਈ ਤੁਸੀਂ ਕਰਨਾ ਚਾਹੁੰਦੇ ਹੋ, ਕੋਈ ਕਦਮ ਅੱਗੇ ਵਧਾਉਣਾ ਚਾਹੁੰਦੇ ਹੋ? ਬਿਲਕੁਲ ਜੀ, ਮੈਂ ਕਹਿੰਦਾ ਵੀ ਜਿਹੜਾ ਮੇਰਾ ਵੀਰ ਇਮਾਨਦਾਰੀ ਨਾਲ ਆਰਗੈਨਿਕ ਖੇਤੀ ਕਰਨਾ ਚਾਹੁੰਦਾ ਔਰ ਕਰ ਰਿਹਾ ਹੈਗਾ, ਉਹ ਸਾਡੇ ਨਾਲ ਸੰਪਰਕ ਕਰੋ। ਅਸੀਂ ਵੱਧ ਤੋਂ ਵੱਧ ਜਿੰਨੀ ਹੈਲਪ ਹੋ ਸਕੇ ਉਹਦੀ ਹੈਲਪ ਕਰਨ ਲਈ ਤਿਆਰ ਬੈਠੇ ਹਾਂ ਜੀ, ਠੀਕ ਹੈ। ਸਾਡੇ ਕੋਲ ਜਿੰਨੀ ਵੀ ਖਾਦ ਹੈਗੀ ਹੈ, ਮੇਰੀ ਸੋਇਲ ਡਿਪਾਰਟਮੈਂਟ ਯੂਨੀਵਰਸਿਟੀ ਐਗਰੀਕਲਚਰ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਹੈ ਜੀ। ਕਿਸੇ ਤਰੀਕੇ ਦਾ ਕੋਈ ਹੈਵੀ ਮੈਟਲਸ ਨਹੀਂ ਹੈਗਾ। ਜੋ ਸਾਡੀ ਜ਼ਮੀਨ ਨੂੰ ਲੋੜੀਂਦੇ ਤੱਤ ਚਾਹੀਦੇ ਹੈਗੇ ਉਹ ਸਾਰੇ ਸਾਡੀ ਖਾਦ ਦੇ ਵਿੱਚ ਮੌਜੂਦ ਹੈਗੇ ਆ। ਜੇ ਪੰਜਾਬ ਦੇ ਕਿਸਾਨ ਆਰਗੈਨਿਕ ਖੇਤੀ ਕਰਦੇ ਆ ਤਨੋ ਮਨੋ ਧਨੋ, ਅਸੀਂ ਉਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਜੀ। ਬਾਈ ਜੀ ਕਿੰਨੇ ਪੜ੍ਹੇ ਹੋ, ਕਿਵੇਂ ਮਾਈਂਡ ਦੇ ਵਿੱਚ ਆਈਡੀਆ ਕਿਵੇਂ ਆਇਆ ਸੀਗਾ? ਦੇਖੋ ਸਰ, ਮੈਂ ਇੰਜੀਨੀਅਰਿੰਗ ਕਰ ਰਿਹਾ ਸੀ ਸ਼੍ਰੀਨਗਰ ਦੇ ਵਿੱਚ, ਕੁਝ ਫੈਮਿਲੀ ਪ੍ਰੋਬਲਮ ਚੱਲ ਰਹੀ ਸੀ ਤੇ ਮੈਂ 1 ਸਾਲ ਡ੍ਰੌਪ ਕਰਕੇ ਫਿਰ ਆਪਣੇ ਜਲੰਧਰ ਵਾਪਸ ਆ ਗਿਆ। ਤੇ ਮੇਰੇ ਫਾਦਰ ਸਾਹਿਬ ਦੀ ਆਲਰੇਡੀ ਇੱਕ ਫੈਕਟਰੀ ਚੱਲ ਰਹੀ ਸੀ ਇੱਥੇ, ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੈ ਜੀ। ਅਸੀਂ ਸੈਂਟਰੀਫਿਊਗਲ ਪੰਪ ਬਣਾਉਂਦੇ ਸੀਗੇ ਤੇ ਹੁਣ ਅਸੀਂ ਸਮਰਸੀਬਲ ਦੀ ਡਿਲੀਵਰੀ ਬਣਾ ਰਹੇ ਹਾਂ। ਪਰ ਫਿਰ ਇਹ ਜਦੋਂ ਅਸੀਂ ਮੁੱਦਾ ਦੇਖਿਆ ਵੀ ਸਾਡੇ ਸ਼ਹਿਰ 'ਚ ਇੱਕ ਬੜੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ ਔਰ ਕਿਸੇ ਨਾ ਕਿਸੇ ਉਦਮੀ ਨੂੰ ਇਸ ਕੰਮ 'ਚ ਅੱਗੇ ਤਾਂ ਆਉਣਾ ਹੀ ਪੈਣਾ ਸੀਗਾ। ਲੋਕੀ ਆਉਂਦੇ ਸੀਗੇ, ਵਿਚਾਰ ਗੋਸ਼ਟੀਆਂ ਸੈਮੀਨਾਰ ਹੁੰਦੇ ਸੀਗੇ, ਦੂਜੇ ਤੀਜੇ ਦਿਨ ਸਾਰੀਆਂ ਅਖਬਾਰਾਂ ਦੀਆਂ ਖਬਰਾਂ ਬੰਡਲ ਬਣ ਕੇ ਰਹਿ ਜਾਂਦੀਆਂ ਸੀਗੀਆਂ। ਫਿਰ ਮੈਂ ਆਪਣੇ 1-2 ਫਰੈਂਡ ਨਾਲ ਗੱਲਬਾਤ ਕੀਤੀ, ਉਹਨਾਂ ਨੇ ਵੀ ਖਿੱਚੋਤਾਣੀ ਕੀਤੀ ਮੇਰੀ ਵੀ ਇਹ ਕੰਮ ਗੰਦਾ ਆ। ਮੈਂ ਕਿਹਾ ਕੰਮ ਕੋਈ ਵੀ ਗੰਦਾ ਨਹੀਂ, ਬੰਦੇ ਦੀ ਨੀਅਤ ਸਾਫ਼ ਹੋਣੀ ਚਾਹੀਦੀ ਹੈਗੀ ਆ। ਸੋ ਇਸ ਕਰਕੇ ਅਸੀਂ ਇਸ ਕੰਮ ਨੂੰ ਹੱਥ ਪਾਇਆ। ਅੱਜ 1.5 ਸਾਲ ਤੋਂ ਮਹਾਰਾਜ ਦੀ ਕਿਰਪਾ ਨਾਲ ਬੜੀ ਅੱਛੀ ਕੰਡੀਸ਼ਨ 'ਚ ਯੂਨਿਟ ਕਰਾ ਰਹੇ ਹਾਂ। ਅਸੀਂ ਪ੍ਰੋਫਿਟ ਨਹੀਂ ਲੈ ਰਹੇ, ਸਿਰਫ ਇੱਕ ਜਲੰਧਰ ਦੀ ਸੇਵਾ ਕਰ ਰਹੇ ਹੈਗੇ ਆ। ਤੇ ਮੈਂ ਇਹੀ ਆਪਣੇ ਸੈਂਟਰੀ ਡਿਪਾਰਟਮੈਂਟ ਨੂੰ ਵੀ, ਕਾਰਪੋਰੇਸ਼ਨ ਨੂੰ ਵੀ ਕਹਿਣਾ ਚਾਹੁੰਦਾ ਹਾਂ ਵੀ ਉਹਨਾਂ ਨੂੰ ਕਿਸੇ ਤਰੀਕੇ ਦੀ ਮਦਦ ਦੀ ਲੋੜ ਹੈਗੀ ਆ, ਸਾਡੀ ਕੰਪਨੀ ਉਹਨਾਂ ਲਈ ਹਾਜ਼ਰ ਹੈ ਜੀ। ਜੀ ਬਾਈ ਜੀ ਕਿੰਨਾ ਆ ਗਿਆ ਇਸ ਪਲਾਂਟ ਨੂੰ ਲਾਉਣ ਦੇ? ਖਰਚਾ ਸਾਡਾ ਭਾਜੀ ਤਕਰੀਬਨ ਇੱਥੇ ਕੋਈ 20 ਲੱਖ ਰੁਪਏ ਦੇ ਕਰੀਬ ਖਰਚਾ ਟੋਟਲ ਲੱਗ ਚੁੱਕਾ ਹੈਗਾ ਜੀ। ਇਨਫਰਾਸਟ੍ਰਕਚਰ ਦੇ ਉੱਪਰ ਵੀ, ਮਸ਼ੀਨਰੀ ਤੇ ਟਰਾਂਸਪੋਰਟੇਸ਼ਨ ਤੇ ਹੁਣ ਅਸੀਂ ਆਪਣਾ ਟਰੈਕਟਰ ਟਰਾਲੀ ਵੀ ਲੈ ਲਿਆ, ਪਿਛਲੇ ਹਫਤੇ ਲੈ ਕੇ ਆਏ ਆ ਜੀ। ਕੋਈ ਜਿਸ ਤਰ੍ਹਾਂ ਕੰਮ ਵੱਧਦਾ ਪਿਆ, ਤੁਹਾਨੂੰ ਪਤਾ ਮਸ਼ੀਨਰੀ ਦੀ ਲੋਡ ਡੇ ਬਾਈ ਡੇ ਵੱਧਦੀ ਆ। ਅਸੀਂ ਹੁਣ ਜਿੰਨੀ ਵੀ ਮਸ਼ੀਨਰੀ ਲੈ ਕੇ ਆਣੀ, ਨਵੀਂ ਟੈਕਨੋਲੋਜੀ ਦੀ ਲੈ ਕੇ ਆਣੀ ਹੈਗੀ ਆ। ਚਲੋ ਮਸ਼ੀਨ ਅਸੀਂ ਇੱਕ ਪਹਿਲਾਂ ਲੈ ਲਈ ਸੀਗੀ, ਸਾਨੂੰ ਨਹੀਂ ਪਤਾ ਸੀ, ਅਸੀਂ ਮਸ਼ੀਨਰੀ ਬਾਰੇ ਅਵੇਅਰ ਨਹੀਂ ਸੀਗੇ। ਕਿਉਂ ਨਹੀਂ ਅਵੇਅਰ ਸੀਗੇ? ਸਾਨੂੰ ਮਿਊਨਿਸਪਲ ਕਾਰਪੋਰੇਸ਼ਨ ਦਿੱਲੀ 'ਚ ਮੈਂ 3 ਦਿਨ ਰਹਿ ਕੇ ਆਇਆ, ਉੱਥੇ ਮੈਂ ਪੂਰੀ ਇਹਨਾਂ ਦੀ ਟ੍ਰੇਨਿੰਗ ਲਿੱਤੀ। ਉੱਥੇ ਇੱਕੋ ਇੱਕ ਕੰਪਨੀ ਦਾ ਹੋਲਡ ਸੀਗਾ ਮਾਰਕੀਟ ਦੇ ਵਿੱਚ, ਅਸੀਂ ਵੀ ਉਹਨਾਂ ਕੋਲ ਮਸ਼ੀਨ ਲਿੱਤੀ। ਬਟ ਹੁਣ ਜਦੋਂ ਅਸੀਂ ਕੰਮ ਦੇ ਵਿੱਚ ਆਏ, ਹੁਣ ਨੈੱਟ 'ਤੇ ਸਰਚ ਕੀਤਾ ਵੀ ਇੰਡੀਆ ਦੇ ਵਿੱਚ ਤਾਂ ਬਹੁਤ ਕੁਝ ਹੋ ਰਿਹਾ ਹੈਗਾ, ਵੀ ਅਸੀਂ ਆਪਣਾ ਨਵਾਂ ਜਿਹੜਾ ਯੂਨਿਟ ਲਗਾ ਰਹੇ ਹੈਗੇ ਆ, ਉਹਦੇ ਵਾਸਤੇ ਸਾਰਾ ਸੈਟਅਪ ਅਸੀਂ ਆਪਣੇ ਹਿਸਾਬ ਨਾਲ ਮਾਰਕੀਟ 'ਚੋਂ ਪਰਚੇਜ਼ ਕਰ ਰਹੇ ਹਾਂ। ਨੈਕਸਟ ਸਟੈਪ ਸਾਡਾ ਹੋਏਗਾ। ਕਿੰਨੀ ਕਹਿ ਦੇ ਉੱਤੋਂ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਹੁਣ ਇਹ ਸਵਾਲ ਹੋਊਗਾ ਵੀ ਜੇ ਜੈਵਿਕ ਖਾਦ ਤਿਆਰ ਕਰ ਦਿੱਤੀ ਹੈ, ਇੱਕ ਪਾਸੇ ਕੂੜਾ ਨਸ਼ਟ ਕਰ ਦਿੱਤਾ, ਇਹ ਵੀ ਚਲੋ ਇੱਕ ਸ਼ਲਾਘਾਯੋਗ ਕਦਮ ਹੈ, ਤੇ ਦੂਸਰਾ ਹੁਣ ਖਾਦ ਵੀ ਤਿਆਰ ਕਰ ਰਹੇ ਹੋ, ਆਮਦਨ ਕਿੰਨੀ ਹੋ ਰਹੀ ਹੈ? ਭਾਜੀ ਫਿਲਹਾਲ ਅਸੀਂ ਆਮਦਨ ਬਾਰੇ ਪਾਸੇ ਮੈਂ ਨਾ ਮੇਰੀ ਕੰਪਨੀ ਸੋਚ ਰਹੀ, ਨਾ ਮੈਂ ਸੋਚ ਰਿਹਾ ਜੀ। ਅਸੀਂ ਇੱਕ ਬੇਸ ਬਣਾ ਰਹੇ ਹਾਂ ਆਪਣੇ ਸ਼ਹਿਰ ਵਾਸੀਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ। ਜਦੋਂ ਸ਼ਹਿਰ ਵਾਸੀ ਮੇਰੇ ਨਾਲ ਜੁੜ ਗਏ, ਫਿਰ ਸਾਡੀ ਆਮਦਨ ਦੇ ਸਰੋਤ ਖੁੱਲਣਗੇ। ਅਸੀਂ ਫਿਲਹਾਲ ਜੋ ਵੀ ਬਾਹਰੋਂ ਸਾਨੂੰ ਪੈਸੇ ਆ ਰਹੇ ਹੈਗੇ ਆ, ਜਾਂ ਹੋਟਲਾਂ ਤੋਂ, ਰੈਸਟੋਰੈਂਟਾਂ ਤੋਂ, ਜਾਂ ਸਾਨੂੰ ਬੱਸ ਸਟੈਂਡ ਤੋਂ ਜੋ ਵੀ ਸਾਡੇ ਖਰਚੇ ਮਿਲਦੇ ਆ, ਅਸੀਂ ਲੇਬਰ ਦੀ ਸੈਲਰੀ, ਬਿਜਲੀ ਦੇ ਬਿੱਲ ਤੇ ਆਪਣੇ ਕਲਚਰ ਦੇ ਪੈਸੇ ਦੇ ਰਹੇ ਹਾਂ। ਕਿਉਂਕਿ ਮੇਰਾ ਆਲਰੇਡੀ ਮਹਾਰਾਜ ਦੀ ਕਿਰਪਾ ਨਾਲ ਕੰਮ ਚੱਲਦਾ ਹੈ ਜੀ, ਠੀਕ ਹੈ ਨਾ। ਇੱਕ ਇਹ ਸੇਵਾ ਦੇ ਤੌਰ ਤੇ ਸ਼ੁਰੂ ਕੀਤਾ ਸੀਗਾ ਔਰ ਇਹ ਸੇਵਾ ਨੂੰ ਅਸੀਂ ਅੱਗੇ ਤੱਕ ਨਿਭਾਵਾਂਗੇ ਜੀ। ਅੱਛਾ ਬਾਈ ਜੀ, ਹੁਣ ਇਹ ਜਿਹੜਾ ਸਾਰਾ ਮਾਲ ਹੈ ਹੁਣ ਤੁਹਾਡੇ ਦੂਸਰੇ ਪਲਾਂਟ ਦੇ ਉੱਤੇ ਜਾਊਗਾ, ਉੱਥੋਂ ਫਿਰ ਜਿਹੜੀ ਖਾਦ ਹੈ ਉਹ ਤਿਆਰ ਹੋਊਗੀ, ਤੇ ਆਪਾਂ ਚੱਲੀਏ ਫਿਰ ਉਸ ਪਲਾਂਟ ਦੇ ਉੱਤੇ ਜਾ ਕੇ ਵੀ ਤੁਹਾਨੂੰ ਮੈਂ ਲੈ ਕੇ ਜਾਂਦਾ। ਨੰਦਨਪੁਰ ਦੇ ਕੋਲ ਆਪਣਾ ਇੱਕ ਪਲਾਂਟ ਲੱਗਾ ਹੋਇਆ ਜੀ, ਉਹਦੇ ਵਿੱਚ ਸਾਡੀਆਂ ਸਕਰੀਨਿੰਗ ਮਸ਼ੀਨਰੀ ਲੱਗੀ ਹੋਈ ਹੈ। ਹੈਮਰਿੰਗ ਮਸ਼ੀਨ ਉਹਨੂੰ ਕਹਿੰਦੇ, ਜਦੋਂ ਸਾਡੀ ਖਾਦ ਕਈ ਵਾਰ ਸੁੱਕ ਜਾਂਦੀ ਆ, ਉਹਦੇ ਡਲੇ ਬਣ ਜਾਂਦੇ ਆ,
ਉਹ ਫਿਰ ਡਲੇ ਤੋੜਨ ਵਾਸਤੇ ਵੀ ਅਸੀਂ YouTube ਤੇ ਇੱਕ ਜੁਗਾੜ ਦੇ ਕੇ ਤੇ ਅਸੀਂ ਆਪ ਹੀ ਮਸ਼ੀਨ ਬਣਾ ਲਈ ਅੰਦਰ, ਉਹ ਡਲੇ ਤੋੜ ਕੇ ਉਹਦੀ ਛਣਾਈ ਕਰਦੀ ਹੈ ਜੀ। ਛਣਾਈ ਕਰਨ ਤੋਂ ਬਾਅਦ ਫਿਰ ਅਸੀਂ ਉਹਨੂੰ ਸਾਰਾ ਹੈਗਾ ਪੈਕਿੰਗ ਦੇ ਵਿੱਚ ਲੈ ਜਾਂਦੇ। ਸਾਡੇ ਕੋਲ 40 ਕਿਲੋ ਦੀ ਪੈਕਿੰਗ ਜਿਹੜੀ ਹੈਗੀ ਆ ਉਹ ਅਵੇਲੇਬਲ ਹੈ ਜੀ। ਆਪਾਂ ਚਾਹਾਂਗੇ ਵੀ ਇਹਦਾ ਅਸਲੀ ਰੂਪ ਜਿਹੜਾ ਖਾਦ ਦਾ, ਇਸ ਵੇਸਟ ਦਾ, ਜਿੱਥੇ ਅਸਲੀ ਆਰਗੈਨਿਕ ਖਾਦ ਬਣਦੀ ਹੈ, ਆਪਾਂ ਉਹ ਵੀ ਚੱਲ ਕੇ ਦੇਖੀਏ। ਚਲੋ ਫਿਰ ਚੱਲਦੇ ਹਾਂ ਭਾਜੀ, ਤੇ ਆਓ ਫਿਰ ਤੁਹਾਨੂੰ ਇੱਕ ਵਾਰ ਉਸ ਪਲਾਂਟ ਦੇ ਉੱਤੇ ਲੈ ਕੇ ਜਾਂਦੇ ਹਾਂ, ਕਿਉਂਕਿ ਇੱਥੇ ਤੱਕ ਪ੍ਰੋਸੀਜਰ ਇਹ ਸੀਗਾ ਵੀ ਇਹਨੂੰ ਕ੍ਰਸ਼ ਕਰਕੇ ਸੁੱਕਣ ਦੇ ਲਈ ਰੱਖ ਦਿੱਤਾ ਜਾਂਦਾ ਹੈ। ਤਾਂ ਇਸ ਜਿਹੜੀ ਹੈ ਹੁਣ ਜਿਹੜਾ ਇਹ ਇੱਕ ਢਾਂਚਾ ਤਿਆਰ ਕਰ ਦਿੱਤਾ ਗਿਆ, ਇੱਕ ਬੇਸ ਤਿਆਰ ਹੋ ਗਿਆ ਜਿਸ ਤੋਂ ਜੈਵਿਕ ਖਾਦ ਤਿਆਰ ਹੋਣੀ ਹੈ। ਤਾਂ ਉਸ ਪਲਾਂਟ ਤੇ ਵੀ ਜਾ ਕੇ ਆਓ, ਤੁਹਾਨੂੰ ਫਿਰ ਇੱਕ ਵਾਰੀ ਤਸਵੀਰਾਂ ਦੇ ਵਿੱਚ ਦਿਖਾਉਂਦੇ ਆ ਕਿ ਆਖਰਕਾਰ ਇਹ ਜੈਵਿਕ ਖਾਦ ਪਲਾਂਟ ਦੇ ਵਿੱਚ ਜਿੱਥੇ ਕ੍ਰਸ਼ ਕੀਤਾ ਜਾ ਰਿਹਾ ਸੀ, ਸਾਰੇ ਜਿਹੜੀ ਵੇਸਟੇਜ ਸੀਗੀ ਉਸ ਨੂੰ ਕ੍ਰਸ਼ ਕਰਨ ਤੋਂ ਬਾਅਦ ਕ੍ਰੇਟਾਂ ਦੇ ਵਿੱਚ ਭਰ ਕੇ ਇਸ ਪਲਾਟ ਦੇ ਵਿੱਚ ਲਿਆ ਕੇ ਸੁੱਕਣ ਦੇ ਲਈ ਪਾ ਦਿੱਤਾ ਜਾਂਦਾ ਹੈ। ਸਾਡੇ ਨਾਲ ਬਾਈ ਜੀ ਫਿਰ ਜੁੜੇ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ, ਇਹ ਜਿਹੜਾ ਜਦੋਂ ਉੱਥੇ ਆਪਾਂ ਦੇਖ ਰਹੇ ਸੀ ਪਹਿਲਾਂ ਜਿਸ ਤਰੀਕੇ ਨਾਲ ਦੇਖਿਆ ਵੀ ਜਿਸ ਕ੍ਰਸ਼ ਕੀਤਾ ਜਾਂਦਾ ਉਸ ਤੋਂ ਬਾਅਦ ਕ੍ਰੇਟਾਂ ਦੇ ਵਿੱਚ ਪਾਇਆ ਜਾਂਦਾ, ਹੁਣ ਇਹ ਜਿਹੜਾ ਮਾਲ ਹੈ ਇਹ ਕਿੰਨੇ ਦਿਨ ਪੁਰਾਣਾ ਕ੍ਰਸ਼ ਕਰਕੇ ਲਿਆਂਦਾ? ਜਿਹੜਾ ਆਪਣਾ ਉਹ ਦੂਸਰਾ ਪਲਾਂਟ ਸੀਗਾ ਉਹ ਸਾਡਾ ਪ੍ਰੋਡਕਸ਼ਨ ਪਲਾਂਟ ਸੀਗਾ ਜੀ। ਇਹ ਸਾਡਾ ਪ੍ਰੋਸੈਸਿੰਗ ਪਲਾਂਟ ਹੈਗਾ ਆ। ਅਸੀਂ ਤਕਰੀਬਨ ਰੋਜ਼ ਦਾ 3 ਟਨ ਜਿਹੜੀ ਖਾਦ ਤਿਆਰ ਹੁੰਦੀ ਆ, ਜਿਸ ਤਰ੍ਹਾਂ ਇਹ ਵਾਲਾ ਤੁਸੀਂ ਅੱਜ ਦੇਖ ਰਹੇ ਲੋਟ ਮੇਰਾ, ਇਹ 29-30 ਤਰੀਕ ਦਾ ਮਾਲ ਹੈਗਾ ਜੀ, ਠੀਕ ਹੈ ਨਾ। ਇਹ ਉਸ ਤੋਂ ਬਾਅਦ ਜਿਹੜਾ ਅਸੀਂ ਹੁਣ ਇਹਨੂੰ ਅਸੀਂ ਐਜ਼ ਇਟ ਇਜ਼ ਰੱਖਿਆ ਹੋਇਆ, ਇਹਨੂੰ ਠੰਡਾ ਮੌਸਮ ਕਰਕੇ, ਤੇ ਇਹ 30 ਦਿਨਾਂ ਦੇ ਵਿੱਚ ਇਹਦਾ ਜਿਹੜਾ ਵੋਲੀਅਮ ਹੈਗਾ, ਜਦੋਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ, ਇਹ ਘਟ ਕੇ ਸਾਰਾ ਸਾਡੇ ਕੋਲ ਅਪਰੋਕਸੀਮੇਟਲੀ 500-600 ਕਿਲੋ ਰਹਿ ਜਾਏਗਾ। 3 ਟਨ ਤੋਂ ਉੱਪਰ ਹੈ ਜੀ ਮਾਲ ਹੈਗਾ ਜਿਹੜਾ ਇਹ। ਕਿੰਨਾ ਰਹਿ ਜਾਣਾ ਹੁਣ? ਇਹ ਸਾਰਾ 300 ਤੋਂ 500 ਕਿਲੋ ਰਹੇਗਾ। ਉਹ ਜਿਹੜਾ ਰਹੇਗਾ ਉਹ ਬਿਲਕੁਲ ਆਰਗੈਨਿਕ, ਜਿਸ ਤਰ੍ਹਾਂ ਤੁਸੀਂ ਅਗਲੀ ਢੇਰੀ ਦੇਖ ਸਕਦੇ ਹੈਗੇ ਜੀ ਜੀ। ਇਹ ਇਸ ਟਾਈਮ ਕਿਉਰ ਹੋ ਚੁੱਕੀ ਹੈਗੀ ਆ, ਇਹ ਛਣਾਈ ਵਾਸਤੇ ਜਾਏਗੀ। ਇਹਦੇ ਰੰਗ ਤੇ ਉਸ ਰੰਗ 'ਚ ਫਰਕ ਦੇਖੋ, ਉਹ ਵਾਈਟ ਕਲਰ ਦੇ ਵਿੱਚ ਆ, ਇਹ ਪੂਰੀ ਤਰ੍ਹਾਂ ਕਿਉਰ ਹੋ ਕੇ ਬਲੈਕਿਸ਼ ਸ਼ੇਡ ਵਿੱਚ ਆ ਗਿਆ। ਤੇ ਜਦੋਂ ਅਸੀਂ ਉਹਨੂੰ ਕੱਲ ਪਲਟੀ ਮਾਰਨੀ ਆ ਔਰ ਸੰਡੇ ਨੂੰ ਇਹਦੀ ਛਣਾਈ ਕਰਨੀ ਆ, ਇਹ ਭੁਰਪਰੀ ਸ਼ੇਪ ਦੇ ਵਿੱਚ ਬਣ ਜਾਣਾ ਹੈਗਾ ਜੀ। ਇਹ ਸਾਨੂੰ ਪਲਟੀ ਕਰਨਾ ਪੈਂਦਾ। ਇਸ ਜਿਹੜੀ ਢੇਰੀ ਨੂੰ ਅਸੀਂ ਆਪਣੀ ਇਸ ਭਾਸ਼ਾ ਦੇ ਵਿੱਚ ਵਿੰਡਰੋਜ਼ ਕਹਿੰਦੇ ਹੈਗੇ ਆ। ਇਹ ਸਾਨੂੰ ਹਰ ਹਫਤੇ ਦੀ ਇੱਕ ਪਲਟੀ ਲਾਣੀ ਪੈਂਦੀ ਮਾਲ ਦੀ। ਇਹਨੂੰ ਕਿੰਨੇ ਦਿਨ ਹੋ ਗਏ ਜੀ ਇਹਨੂੰ ਹੁਣ ਜਿਹੜਾ ਤਿਆਰੀ ਜਿਹੜੀ ਆਉਣ ਅਪਰੋਕਸੀਮੇਟਲੀ ਆ ਜਿਹੜਾ ਸਾਡੇ ਕੋਲ ਮਾਲ ਤੁਸੀਂ ਇਸ ਟਾਈਮ 2 ਢੇਰੀਆਂ ਦੇਖ ਰਹੇ ਆ, ਇਹ ਮੇਰੇ ਕੋਲ 12-13 ਟਨ ਮਾਲ ਸੀਗਾ ਜੀ। ਇਹਦੀ ਛਣਾਈ ਕਰਾਂਗੇ ਤੇ ਛਣਾਈ ਕਰਕੇ ਅਪਰੋਕਸੀਮੇਟਲੀ ਜਿਹੜਾ ਇਹ ਮੇਰੇ ਕੋਲ ਮਾਲ ਜਿਹੜਾ ਹੈਗਾ ਆ, ਇਹ 1.5 ਤੋਂ 2 ਟਨ ਰਹਿ ਜਾਏਗਾ ਜੀ। ਹੁਣ ਇਹਨੂੰ ਐਜ਼ ਇਟ ਇਜ਼ ਤੁਸੀਂ ਬੋਰੀਆਂ ਦੇ ਵਿੱਚ ਪੈਕ ਕਰ ਦਿੰਦੇ ਜਾਂ ਇਹਦੇ ਵਿੱਚ ਕੋਈ ਹੋਰ ਪ੍ਰੋਸੈਸ ਹੈਗਾ? ਐਜ਼ ਇਟ ਇਜ਼ ਨਹੀਂ ਕਰਾਂਗੇ, ਕਿਉਂਕਿ ਜਦੋਂ ਉੱਥੇ ਸ਼੍ਰੈਡਿੰਗ ਮਸ਼ੀਨ ਦੇ ਵਿੱਚ ਇਹ ਮਾਲ ਪੈਂਦਾ ਹੈਗਾ ਤੇ ਇਹਦੇ ਵਿੱਚ ਹਲਕੇ ਫੁਲਕੇ ਕੋਈ ਲੜਕਿਆਂ ਕੋਲ ਪਲਾਸਟਿਕ ਦੇ ਲਿਫਾਫੇ ਫਿਰ ਵੀ ਰਹਿ ਜਾਂਦੇ ਹੈਗੇ ਆ। ਉਹ ਅਸੀਂ ਇੱਥੇ ਆਪਣੀ ਛਣਾਈ ਵਾਲੀ ਮਸ਼ੀਨ ਹੈਗੀ ਜਿਹੜੀ ਤੁਹਾਨੂੰ ਮੈਂ ਦਿਖਾਣਾ ਹੈ, ਅਸੀਂ ਇੱਥੇ ਛਣਾਈ ਕਰਦੇ ਆ। ਕੋਈ ਪਲਾਸਟਿਕ ਦੀ ਬੋਤਲ ਦਾ ਢੱਕਣ, ਕੋਈ ਹਲਕਾ ਫੁਲਕਾ ਸ਼ੈਂਪੂ ਦਾ ਪੈਕਟ ਜਾਂ ਕੋਈ ਇਦਾਂ ਦਾ ਹੋ ਜਾਵੇ ਤੇ ਆਪਾਂ ਫਿਰ ਉਹਦੀ ਉਹ ਛਣਾਈ ਕਰਦੇ ਹੈਗੇ ਆ। ਛਣਾਈ ਕਰਨ ਤੋਂ ਬਾਅਦ ਜਿਹੜਾ ਕੋਈ ਮਾੜਾ ਮੋਟਾ ਵੀ ਪਲਾਸਟਿਕ ਰਹਿ ਜਾਂਦਾ ਹੈਗਾ ਜਿਹੜਾ ਸਾਡੀ ਜ਼ਮੀਨ ਵਾਸਤੇ ਹਾਨੀਕਾਰਕ ਹੈਗਾ, ਤੇ ਅਸੀਂ ਉਹਦੀ ਛਣਾਈ ਕਰਕੇ ਇੱਥੇ ਹੀ ਉਹਨੂੰ ਖਤਮ ਕਰ ਦਿੰਦੇ ਹੈਗੇ। ਇਹ ਜਿੱਦਾਂ ਹੁਣ ਥੋੜੀ ਇਹਦੇ ਵਿੱਚ ਨਵੀਂ ਹੈਗੀ ਹੈ, ਥੋੜਾ ਗਿੱਲਾ ਜਿਹੜਾ ਇੱਧਰ ਪਿਆ ਸੀਗਾ, ਜਿੱਦਾਂ ਹੁਣ 2-4 ਦਿਨ ਬਿਲਕੁਲ ਡਰਾਈ ਹੋ ਚੁੱਕਾ ਆ। ਇਹ ਹੁਣ ਛਣਾਈ ਲਈ ਰੈਡੀ ਆ। ਇਹ ਦੋਨੋਂ ਢੇਰ ਜਿਹੜੇ ਮੇਰੇ ਕੋਲ ਹੈਗੇ ਤਕਰੀਬਨ 6 ਟਨ ਦੇ, ਇਹ ਛਣਾਈ ਵਾਸਤੇ ਰੈਡੀ ਪਏ ਆ ਜੀ। ਇਹ ਮਤਲਬ ਹੁਣ ਇਹ ਮਾਲ ਜਿਹੜੀ ਇਹਦੇ ਵਿੱਚੋਂ ਮੇਨ ਚੀਜ਼ ਨਿਕਲਣੀ ਹੈ, ਖਾਦ ਬਣ ਕੇ ਨਿਕਲਣੀ ਹੈ ਬਰੀਕ, ਉਹ ਇਹਦੇ ਵਿੱਚੋਂ ਨਿਕਲਣੀ, ਇਹਦੇ ਵਿੱਚੋਂ ਨਿਕਲੇਗੀ, ਠੀਕ ਹੈ ਨਾ ਜੀ। ਤਾਂ ਇੱਕ ਵਾਰੀ ਮੈਂ ਥੋੜਾ ਜਿਹਾ ਦਰਸ਼ਕਾਂ ਨੂੰ ਸਮਝਾ ਦਵਾਂ ਵੀ ਜਦੋਂ ਪਹਿਲੇ ਪਲਾਟ ਦੇ ਵਿੱਚ ਤੁਸੀਂ ਦੇਖਿਆ ਜਿੱਥੇ ਪ੍ਰੋਡਕਸ਼ਨ ਕੀਤੀ ਜਾ ਰਹੀ ਸੀ, ਵੇਸਟੇਜ ਨੂੰ ਕ੍ਰਸ਼ ਵਗੈਰਾ ਕੀਤਾ ਜਾ ਰਿਹਾ ਸੀਗਾ, ਉੱਥੇ ਆਰਗੈਨਿਕ ਚੀਜ਼ਾਂ ਉਹਦੇ ਵਿੱਚ ਪਾਈਆਂ ਜਾ ਰਹੀਆਂ ਸੀਗੀਆਂ, ਤਾਂ ਉਹ ਇੱਥੇ ਲਿਆ ਕੇ ਉਸ ਨੂੰ ਕੁਝ ਦਿਨਾਂ ਦੇ ਲਈ ਰੱਖਿਆ ਜਾਂਦਾ। ਜਦੋਂ ਸੁੱਕਦੀ ਹੈ ਤਾਂ ਉਹਨੂੰ ਫੋਲਾ ਦੇ ਕੇ 2-3 ਵਾਰ ਸੁਕਾਇਆ ਜਾਂਦਾ ਹੈ, ਔਰ ਸੁਕਾਉਣ ਤੋਂ ਬਾਅਦ ਜਦੋਂ ਥੋੜੀ ਪੁੜਪੜੀ ਸੁੱਕੀ ਜਿਹੜੀ ਉਹ ਚੀਜ਼ ਬਣ ਜਾਂਦੀ ਹੈ, ਜਿਵੇਂ ਆਪਾਂ ਰੂੜੀ ਦੇਖਦੇ ਆ ਆਪਣੇ ਢੇਰਾਂ ਦੇ ਉੱਤੇ, ਤਾਂ ਉੱਦਾਂ ਦੀ ਚੀਜ਼ ਬਣਦੀ ਹੈ। ਤਾਂ ਉਸ ਤੋਂ ਬਾਅਦ ਇਹ ਮਸ਼ੀਨ ਚੱਲ ਰਹੀ ਹੈ। ਬਾਈ ਜੀ ਫਿਰ ਇਹ ਮਸ਼ੀਨ ਦਾ ਕਿਵੇਂ ਚੱਲਦਾ ਪ੍ਰੋਸੈਸ? ਇਹ ਮਸ਼ੀਨ ਛਣਾਈ ਵਾਲੀ ਮਸ਼ੀਨ ਹੈ ਜੀ। ਜਿਸ ਤਰ੍ਹਾਂ ਤੁਹਾਨੂੰ ਮੈਂ ਪਿੱਛੇ ਦਿਖਾਇਆ ਸੀ ਆਪਣੇ ਵਿੰਡਰੋਜ਼ ਦੇ ਵਿੱਚੋਂ, ਸਾਡਾ 30 ਦਿਨ ਤੋਂ 35 ਦਿਨ ਦੇ ਵਿੱਚ ਅਸੀਂ ਪ੍ਰੋਸੈਸਿੰਗ ਕਰਦੇ ਹਾਂ। ਫਿਰ ਇਸ ਤਰ੍ਹਾਂ ਅਸੀਂ ਇਹਨੂੰ ਇਹ ਛਣਾਈ ਮਸ਼ੀਨ ਦੇ ਉੱਪਰ ਪਾ ਦਿੰਦੇ ਹਾਂ ਜੀ। ਛਣਾਈ ਮਸ਼ੀਨ ਦਾ ਸਾਡਾ ਇੱਕ ਬੈਨੀਫਿਟ ਹੈ ਵੀ ਤੁਸੀਂ ਦੇਖੋਗੇ ਕੋਈ ਹਲਕਾ ਫੁਲਕਾ ਵੀ ਕੋਈ ਪਲਾਸਟਿਕ ਹੋਊਗਾ
ਇਹ ਜਿਸ ਤਰ੍ਹਾਂ ਤੁਸੀਂ ਆਹ ਦੇਖਦੇ ਹੈਗੇ ਜੀ, ਆਹ ਦੇਖੋ ਆਹ ਹਲਕੇ ਫੁਲਕੇ ਜਿਸ ਤਰ੍ਹਾਂ ਕੋਈ ਪਲਾਸਟਿਕ ਦਾ ਪੇਪਰ ਹੋ ਗਿਆ, ਕੋਈ ਪਲਾਸਟਿਕ ਦਾ ਜਿਹੜਾ ਢੱਕਣ ਹੋ ਗਿਆ, ਇਹ ਜਿਹੜਾ ਵਿੱਚ ਰਹਿ ਜਾਂਦਾ ਹੈਗਾ। ਤੇ ਜੇ ਅਸੀਂ ਆਰਗੈਨਿਕ ਹੀ ਖਾਦ ਬਣਾਉਣੀ ਆ ਤੇ ਅਸੀਂ ਲਿਫਾਫਾ ਮੁਕਤ ਬਣਾਉਣੀ ਹੈਗੀ ਆ। ਨਾ ਸਾਡੀ ਖਾਦ ਵਿੱਚ ਸਰ ਪਾਣੀ ਹੁੰਦਾ ਜੀ, ਜਿੰਨਾ ਯੂਨੀਵਰਸਿਟੀ ਵੱਲੋਂ ਸਹਿੰਦਾ ਅਸੀਂ ਜਿਹੜਾ ਮੋਇਸਚਰ ਹੈਗਾ ਉਹਨਾਂ ਕੀ ਰੱਖਦੇ ਹੈਗੇ ਆ। ਕੋਈ ਚਿਪਚਿਪੇਪਨ ਦੇ ਵਿੱਚ, ਕੋਈ ਜਿੱਦਾਂ ਲੰਮਸ ਦੇ ਰੂਪ 'ਚ ਨਹੀਂ ਦੇ ਰਹੇ, ਬਿਲਕੁਲ ਡਰਾਈ ਫਾਰਮ 'ਚ ਦੇ ਰਹੇ ਹੈਗੇ ਆ। ਜਿਸ ਤਰ੍ਹਾਂ ਤੁਸੀਂ ਛਣਾਈ ਤੋਂ ਬਾਅਦ ਆਹ ਦੇਖਦੇ ਆ ਜੀ, ਸਾਡੀ ਜਿਹੜੀ ਛਣਾਈ ਤੋਂ ਬਾਅਦ ਆਹ ਫਾਰਮ ਆਉਂਦੀ ਆ ਜੀ, ਇਹ ਤਿਆਰ ਹੈ ਹੁਣ ਜੈਵਿਕ? ਬਿਲਕੁਲ ਤਿਆਰ ਆ ਜੀ। ਇਹ ਜਿਸ ਤਰ੍ਹਾਂ ਯਾਨੀ ਇਸ ਤਰ੍ਹਾਂ 40 ਕਿਲੋ ਦੀ ਸਾਡੀ ਪੈਕਿੰਗ ਹੋ ਜਾਂਦੀ ਹੈ ਜੀ। ਪੈਕਿੰਗ ਕਰਕੇ ਸਾਰਾ ਮਾਲ ਫਿਰ ਅਸੀਂ ਆਪਣਾ ਜਿਹੜਾ ਹੈਗਾ ਉਹ ਸਟੋਰ ਕਰ ਲੈਂਦੇ ਆ ਜੀ। ਪੈਕਿੰਗ ਕਿੱਦਾਂ ਕਰਦੇ ਹੋ, ਕਿੱਥੇ ਕਰਦੇ ਹੋ ਪੈਕਿੰਗ? ਮੈਂ ਆਪਾਂ ਉਹ ਵੀ ਦੇਖਣਾ ਚਾਹਾਂਗੇ। ਤਾਂ ਛਣਾਈ ਇੱਥੇ ਚੱਲ ਰਹੀ ਹੈ, ਛਣਾਈ ਤੁਸੀਂ ਦੇਖ ਰਹੇ ਹੋ, ਇੱਕ ਕਰੇਟ ਬਣ ਕੇ ਉੱਤੇ ਜਾਂਦੇ ਨੇ। ਤਾਂ ਇਹ ਛਾਨਣਾ ਲਗਾਇਆ ਗਿਆ, ਛਾਨਣੇ ਤੋਂ ਬਾਅਦ ਬਿਲਕੁਲ ਬਰੀਕ ਮਾਤਰਾ ਦੇ ਵਿੱਚ ਇਹ ਜੈਵਿਕ ਖਾਦ ਤਿਆਰ ਹੋ ਕੇ ਆ ਰਹੀ ਹੈ। ਇਸ ਤੋਂ ਅਗਲਾ ਪ੍ਰੋਸੈਸ ਫਿਰ ਪੈਕਿੰਗ ਦੇ ਉੱਤੇ ਜਾਂਦਾ ਹੈ। ਅਸੀਂ ਪੈਕਿੰਗ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਪਰ ਇਹ ਬੇहद ਜ਼ਰੂਰੀ ਮੈਨੂੰ ਲੱਗਦਾ ਵੀ ਇਸ ਪੂਰੀ ਪ੍ਰੋਸੈਸ ਦਾ ਪਾਰਟ ਹੋਊਗਾ। ਜਿੱਥੋਂ ਜਿਵੇਂ ਕਹਿੰਦੇ ਨੇ ਵੀ ਧਰਤੀ ਦੇ ਵਿੱਚ ਸੋਨਾ ਉਗਲਦਾ ਹੈ, ਤਾਂ ਇਹ ਮਸ਼ੀਨ ਛਾਨਣਾ ਲਗਾਉਣ ਤੋਂ ਬਾਅਦ ਇਹ ਬਰੀਕ ਤਰ੍ਹਾਂ ਦੀ, ਮੈਂ ਇੱਕ ਵਾਰੀ ਚਾਹੂੰਗਾ ਕੈਮਰਾਮੈਨ ਨੂੰ ਵੀ ਇੱਕ ਵਾਰੀ ਤਸਵੀਰਾਂ ਦੇ ਵਿੱਚ ਦਿਖਾ ਦਿਓ ਵੀ ਕਿਵੇਂ ਛਾਨਣਾ ਇੱਥੇ ਲੱਗ ਰਿਹਾ ਹੈ। ਤਾਂ ਛਾਨਣੇ ਤੋਂ ਬਾਅਦ ਇਹ ਜੋ ਮਟੀਰੀਅਲ ਨਿਕਲ ਕੇ ਆ ਰਿਹਾ ਹੈ, ਇਹੀ ਅਸਲੀ ਜੈਵਿਕ ਖਾਦ ਹੈ, ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਹੈ। ਤਾਂ ਇਸ ਤੋਂ ਬਾਅਦ ਭਾਈ ਪੈਕਿੰਗ ਦਾ ਕੀ ਸਿਸਟਮ ਰੱਖਿਆ ਇੱਥੇ ਕਰਦੇ ਹੈਗੇ ਆ। ਜਿਸ ਤਰ੍ਹਾਂ ਸਾਡਾ ਪਰਸੋਂ ਸੀਗੀ 28 ਤਰੀਕ ਨੂੰ ਸਾਡਾ ਆਰਡਰ ਸੀ ਕਮਲੇਰਕੋਟਲੇ ਦਾ, ਅਸੀਂ ਸਾਰਾ ਡਿਸਪੈਚ ਕਰਵਾਇਆ ਜੀ ਉੱਥੇ। ਔਰ ਜਿਹੜੀ ਸਾਡੀ ਖਾਦ ਬਣੇਗੀ, ਜੋ ਤੁਸੀਂ ਬਾਹਰ ਦੇਖ ਰਹੇ ਹੋ ਉਹੀ ਸਾਡੀ ਬੋਰੀਆਂ 'ਚ ਮਿਲੇਗੀ ਜੀ ਤੁਹਾਨੂੰ, ਬਿਲਕੁਲ ਡਰਾਈ ਫਾਰਮ ਦੇ ਵਿੱਚ। ਕੋਈ ਪਾਣੀ ਨਹੀਂ ਹੋਏਗਾ, ਕੋਈ ਫालतू ਓਵਰ ਅਸੈਸ ਅਸੀਂ ਵੇਟ ਨਹੀਂ ਕਰਦੇ। ਜੋ ਮਾਨਕ ਯੂਨੀਵਰਸਿਟੀ ਵੱਲੋਂ ਦਿੱਤੇ ਜਾਂਦੇ ਹੈਗੇ ਆ, ਉਹਨਾਂ ਮਾਨਕਾਂ ਦੇ ਮੁਤਾਬਕ ਜਿਹੜੀ ਇਹ ਸਾਰੀ ਖਾਦ ਜਿਹੜੀ ਹੈਗੀ ਸਾਡੀ ਇਸ ਤਰ੍ਹਾਂ 40 ਕਿਲੋ ਦੇ ਅਸੀਂ ਬੈਗ ਡਰਾਈ ਫਾਰਮ 'ਚ ਦਿੰਦੇ ਆ ਜੀ ਇਹ। ਅੱਛਾ ਬਾਈ ਜੀ, ਹੁਣ ਜਿਵੇਂ ਇਹ ਤਾਂ ਚਲੋ ਖਾਦ ਤਿਆਰ ਹੋ ਗਈ, ਪੂਰਾ ਪ੍ਰੋਸੈਸ ਵੀ ਅਸੀਂ ਦੇਖਿਆ। ਹੁਣ ਇਹਦੀ ਜਿਹੜੀ ਆਮ ਆਪਾਂ ਖਾਦ ਹੈ ਉਹ ਤਾਂ ਆਪਾਂ ਕਿੱਲਿਆਂ ਦੇ ਹਿਸਾਬ ਨਾਲ ਪਾ ਲਈ ਦੀ ਹੈ। ਮੈਂ ਕੈਮਰਾਮੈਨ ਨੂੰ ਚਾਹੂੰਗਾ ਇੱਕ ਵਾਰ ਦਿਖਾ ਦਿਓ। ਇਹ ਹੈਮਰਿੰਗ ਮਸ਼ੀਨ ਹੈਗੀ? ਹੈਮਰਿੰਗ ਮਸ਼ੀਨ ਹੈ ਜੀ। ਜਦੋਂ ਅਸੀਂ ਖਾਦ ਦੀ ਛਣਾਈ ਕਰਦੇ ਹਾਂ, ਕਈ ਵਾਰੀ ਵਿੱਚ ਲੰਮਸ ਜਿਹਨੂੰ ਆਪਾਂ ਡਲੇ ਕਹਿ ਦਿੰਦੇ ਆ, ਉਹ ਰਹਿ ਜਾਂਦੇ ਆ, ਜਿਹੜੇ ਛਾਨਣੇ ਦੇ ਵਿੱਚੋਂ ਨਹੀਂ ਚੰਗੀ ਤਰ੍ਹਾਂ ਛਣਾਈ ਕੀਤੀ ਜਾਂਦੀ। ਫਿਰ ਅਸੀਂ YouTube ਦੇ ਉੱਪਰ ਮਸ਼ੀਨ ਦੇਖ ਕੇ ਇਹਨੂੰ ਲੰਮਸ ਤੋੜਨ ਵਾਲੀ ਮਸ਼ੀਨ ਬਣਾਈ ਸੀਗੀ। ਤੇ ਲੰਮਸ ਤੋੜਨ ਵਾਲੀ ਮਸ਼ੀਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆ ਦੇਖ ਸਕਦੇ ਆ, ਚਾਹੂੰਗਾ ਇੱਕ ਵਾਰੀ ਇਹਦੀ ਵਰਕਿੰਗ ਮਸ਼ੀਨ ਦੀ ਦਿਖਾ ਦਿੱਤੀ ਜਾਵੇ ਤਾਂ ਜੋ ਪਤਾ ਲੱਗਦੇ। ਜਿਵੇਂ ਆਪਾਂ ਢੇਰਾਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਦੇਖਦੇ ਥੋੜੇ ਡਲੇ ਰਹਿ ਜਾਂਦੇ ਨੇ, ਜਿੱਦਾਂ ਵੱਡਾ ਪੀਸ ਬਾਈ ਜੀ ਨੇ ਦਿਖਾਇਆ ਖਾਦ ਦਾ, ਤਾਂ ਇਹ ਡਲੇ ਦੇ ਵਿੱਚ ਕਰਕੇ ਉਹਨਾਂ ਨੂੰ ਵੀ ਕ੍ਰਸ਼ ਕੀਤਾ ਜਾਂਦਾ ਹੈ। ਕਰਦੇ ਹੈਗੇ ਆ ਜੀ। ਕ੍ਰਸ਼ ਕਰਨ ਦੇ ਨਾਲ ਕੀ ਆ, ਫਿਰ ਉਹ ਜਿਹੜੀ ਹੈਗੀ ਉਹ ਹੈਮਰਿੰਗ ਮਸ਼ੀਨ ਦੇ ਵਿੱਚ ਕੀ ਉਹ ਬਿਲਕੁਲ ਮਤਲਬ ਕਿ ਥੋੜੀ ਜਿਹੀ ਦਰੜ ਫਰੜ ਸ਼ੇਪ ਦੇ ਵਿੱਚ ਆ ਜਾਂਦਾ ਹੈਗਾ। ਆਪਾਂ ਵਰਕਿੰਗ ਤੁਹਾਨੂੰ ਦਿਖਾਵਾਂਗੇ, ਕਿਉਂਕਿ ਜਦੋਂ ਸੁੱਕਦੀ ਹੈ ਤਾਂ ਕੁਝ ਚੀਜ਼ਾਂ ਵਿੱਚ ਜਿੱਦਾਂ ਕੁਝ ਢੇਲੇ ਬਣ ਜਾਂਦੇ ਨੇ, ਉਹਨਾਂ ਢੇਲਿਆਂ ਨੂੰ ਡਲਿਆਂ ਨੂੰ ਤੋੜਨ ਦੇ ਲਈ ਇਹ ਹੈਮਰਿੰਗ ਮਸ਼ੀਨ ਬਣਾਈ ਗਈ ਹੈ। ਔਰ ਇਹ ਵੀ ਭਾਈ ਦੇਸੀ ਜੁਗਾੜ ਹੀ ਹੈ? ਇਹ ਵੀ ਦੇਸੀ ਜੁਗਾੜ ਆਪੇ ਬਣਾਇਆ ਭਾਜੀ ਸਾਰਾ। ਹਾਂਜੀ। ਇਹ ਸਾਰਾ ਹੈਮਰਿੰਗ ਮਸ਼ੀਨ ਹੈ ਜੀ। ਇਹਦੇ ਅੰਦਰ ਹੈਮਰ ਬਲੇਡ ਲੱਗੇ ਹੋਏ ਆ ਕਾਰਬਨ ਦੇ, ਉਹ ਫਿਰ ਪੀਸ ਜਿਹੜੇ ਮੋਟੇ ਹੁੰਦੇ ਉਹਨਾਂ ਨੂੰ ਉਹ ਕੱਟ ਵੀ ਦਿੰਦੇ ਹੈਗੇ ਆ। ਕੱਟਣ ਤੋਂ ਬਾਅਦ ਫਿਰ ਜਿਹੜੀ ਤੁਸੀਂ ਆਹ ਦੇਖੋ ਸਰ, ਆਹ ਡਲੇ ਆਣਗੇ, ਡਲਿਆਂ ਤੋਂ ਬਾਅਦ ਤੁਹਾਨੂੰ ਜਿਹੜੀ ਹੈਗੀ ਆ ਉਹਦੀ ਫਾਰਮ ਜਿਹੜੀ ਆਹ ਮਿਲੇਗੀ। ਇਹਦੀ ਫਿਰ ਛਣਾਈ ਹੋਏਗੀ। ਕੋਈ ਹਲਕਾ ਫੁਲਕਾ ਪਲਾਸਟਿਕ ਵਿੱਚ ਰਹਿ ਵੀ ਜਾਂਦਾ, ਅਸੀਂ ਉਹਦੀ ਵੀ ਛਣਾਈ ਕਰਕੇ ਉਹਨੂੰ ਬਾਹਰ ਕੱਢ ਦਿੰਦੇ ਹਾਂ। ਮਤਲਬ ਇੱਕਦਮ ਪੂਰੀ ਬਰੀਕ ਵੀ ਹੋਊਗੀ, ਖੇਤ ਦੇ ਵਿੱਚ ਇਹ ਵੀ ਨਹੀਂ ਹੋਊਗਾ ਵੀ ਕਿਤੇ ਮਾਤਰਾ ਜ਼ਿਆਦਾ ਡਿੱਗ ਜੂ ਜਾਂ ਘੱਟ ਡਿੱਗ ਜੂ। ਜਿੱਦਾਂ ਆਪਾਂ ਰੇਹ ਦਾ ਛਿੱਟਾ ਦਿੰਦੇ ਆ, ਐਦਾਂ ਅਸੀਂ ਰੇਹ ਦੇ ਛਿੱਟੇ ਵਾਂਗੂ ਵੀ ਛਿੱਟਾ ਦੇ ਸਕਦੇ ਇਹਦਾ। ਜਿੱਦਾਂ ਅੱਜ ਕੱਲ੍ਹ ਫਰਟੀਲਾਈਜ਼ਰ ਖਿਲਾਰਨੇ ਵਾਲੀਆਂ ਮਸ਼ੀਨਾਂ ਆ ਗਈਆਂ, ਤੁਸੀਂ ਉਹਦੇ ਪਿੱਛੇ ਵੀ ਭਰ ਕੇ ਉਹਨੂੰ ਖੇਤ ਵਿੱਚ ਦੇ ਸਕਦੇ ਹੈਗੇ ਆ। ਠੀਕ ਹੈ ਨਾ ਜੀ। ਤੇ ਇਹ ਸਾਡੀ ਜਿਹੜੀ ਕੁਆਂਟੀਟੀ ਹੈਗੀ ਹੈ ਬਹੁਤ ਘੱਟ ਲੱਗਦੀ ਹੈਗੀ ਆਮ ਗੋਹੇ ਨਾਲ। ਮੈਂ ਉਸੇ ਚੀਜ਼ ਤੇ ਆਉਣ ਲੱਗਾ ਸੀ, ਕਿਉਂਕਿ ਜਦੋਂ ਆਪਾਂ ਦੂਸਰੀ ਡਾਈ ਦੀ ਗੱਲ ਕਰਦੇ ਆ, ਯੂਰੀਏ ਦੀ ਗੱਲ ਕਰਦੇ ਆ, ਤਾਂ ਉਹ ਦੱਸ ਦਿੰਦੇ ਵੀ ਕਿੱਲੇ ਨੂੰ 1 ਬੋਰਾ ਪਾ ਦਿਓ ਜਾਂ 2 ਕਿੱਲਿਆਂ ਦੇ ਵਿੱਚ ਜਿੱਦਾਂ ਵੀ ਜਿੰਨੀ ਵੀ ਉਹਦੀ ਮਾਤਰਾ ਰੱਖੀ ਹੁੰਦੀ ਹੈ ਜੀ। ਪਰ ਇਹ ਜਿਹੜੀ ਆਰਗੈਨਿਕ ਹੈ, ਮੰਨ ਲਓ ਝੋਨੇ ਨੂੰ ਜਾਂ ਕਿਸੇ ਹੋਰ ਫਸਲ ਨੂੰ ਪਾਉਣੀ ਹੈ, ਤਾਂ ਫਿਰ ਇਹਦੀ ਕੁਆਂਟੀਟੀ ਕਿੱਦਾਂ ਹਿਸਾਬ ਲਾਇਆ ਜਾ ਸਕਦਾ? ਸਰ ਇੱਕ ਇੱਥੇ ਨਾਲ ਹੀ ਹੁਣ ਸਾਡੇ ਪਿੰਡ ਹੈਗਾ ਜੀ, ਉਹ ਮੇਰਾ ਮਿੱਤਰ, ਉਹਨੇ ਕਣਕ ਲਾਈ ਸੀ ਤੇ ਅਸੀਂ ਉਹਨੂੰ 1 ਕਿੱਲੇ ਵਾਸਤੇ ਇੱਥੋਂ 1 ਟਨ ਖਾਦ ਭੇਜੀ ਸੀਗੀ। ਉਹ 1 ਕਿੱਲੇ 'ਚ 1 ਟਨ ਖਾਦ ਪਾਉਣ ਤੋਂ ਬਾਅਦ ਵੀ ਉਹਦੇ ਕੋਲ ਬਚ ਗਈ ਸੀਗੀ ਜੀ। ਉਹ ਕਹਿੰਦਾ ਵੀ ਸਾਨੂੰ ਇਹ ਵੀ ਅਸੀਂ ਇੱਕ ਟਰਾਇਲ ਦੇ ਤੌਰ ਤੇ ਲੈ ਰਹੇ ਹਾਂ। ਇਹ ਜਿਹੜੀ ਸਾਡੀ ਜ਼ਮੀਨ ਸੀਗੀ ਮਤਲਬ ਕਿ ਬਰਾਨੀ ਸੀਗੀ, ਅਸੀਂ ਪਿਛਲੇ 4-5 ਸਾਲ ਤੋਂ ਉਹਨੂੰ ਨਹੀਂ ਯੂਜ਼ ਕਰ ਰਹੇ ਸੀ। ਜਿੱਦਾਂ ਆਪਣੇ ਡੇਰੇ ਦੇ ਕੋਲ ਜ਼ਮੀਨ ਸੀ ਉਹਨਾਂ ਦੀ ਆਪਣੇ, ਉਹ ਫਿਰ ਉੱਥੇ ਉਹਨਾਂ ਨੇ ਯੂਜ਼ ਕੀਤੀ ਹੈਗੀ ਹੈ ਜੀ। ਉਹ ਕਹਿੰਦਾ ਵੀ ਠੀਕ ਆ, ਅਸੀਂ ਇਹਦੇ ਰਿਜ਼ਲਟ ਦੇਖਣੇ ਹੈਗੇ ਆ। ਕਿਉਂਕਿ ਆਰਗੈਨਿਕ ਜਦੋਂ ਅਸੀਂ ਫਾਰਮਿੰਗ ਕਰਦੇ ਹਾਂ, ਸਾਡੀ ਕਾਸਤ ਵਿੱਚ ਥੋੜਾ ਜਿਹਾ ਫਰਕ ਘੱਟ ਆਉਂਦੀ ਕਾਸਤ, ਕਿਉਂਕਿ ਅਸੀਂ ਜਿਹੜਾ ਸਾਡਾ ਜ਼ਿਮੀਂਦਾਰ ਕਾਸਤ ਵਧਾਉਣ ਲਈ ਯੂਰੀਆ ਡਾਇਆ ਸਪਰੇਅ ਦੀ ਯੂਜ਼ ਕੰਟੀਨਿਊਸ ਕਰਦਾ, ਜਿਹੜਾ ਸਾਡੇ ਆਉਣੇ ਵਾਲੇ ਭਵਿੱਖ ਵਾਸਤੇ ਬਹੁਤ ਹਾਨੀਕਾਰਕ ਹੈਗਾ ਜੀ। ਤੇ ਆਰਗੈਨਿਕ ਫਾਰਮਿੰਗ ਦੇ ਵਿੱਚ ਕੀ ਹੈ ਕਿ ਤੁਹਾਡੀ ਖਪਤ ਥੋੜੀ ਜਿਹੀ ਘੱਟ ਜਾਏਗੀ, ਪਰ ਜਿਹੜੀ ਤੁਹਾਡੀ ਕੁਆਲਿਟੀ ਹੈਗੀ ਆ ਉਹਦੀ ਮਾਰਕੀਟ ਦੇ ਵਿੱਚ ਵੈਲਿਊ ਤੁਹਾਡੀ ਦੂਸਰੀ ਫਸਲ ਦੇ ਨਾਲੋਂ ਜ਼ਿਆਦਾ ਪੈਂਦੀ ਹੈਗੀ ਹੈ ਜੀ। ਅੱਛਾ, ਇਹ 1 ਟਨ ਦੀ ਤੁਸੀਂ ਗੱਲ ਕੀਤੀ ਵੀ 1 ਕਿੱਲੇ 'ਚ 1 ਟਨ ਪਾ ਲਓ, ਵੱਧ ਘੱਟ ਸਕਦੀ ਥੋੜਾ ਬਹੁਤ ਅੱਗੇ ਪਿੱਛੇ। ਕੀਮਤ ਕੀ ਹੈ 1 ਟਨ ਦੀ? ਸਰ 1 ਟਨ ਦੀ ਇਸ ਟਾਈਮ ਅਸੀਂ 10 ਰੁਪਏ ਕਿਲੋ ਦੇ ਰਹੇ ਹੈਗੇ ਆ ਜੀ। 10,000 ਰੁਪਏ ਦੇ ਕਰੀਬ ਜਿਹੜੀ 1 ਟਨ ਪੈਂਦੀ ਹੈ ਜੀ। ਜੀ ਹਾਂਜੀ, 10,000 ਰੁਪਏ ਦੀ 1 ਟਨ ਲਗਭਗ ਤੁਹਾਨੂੰ ਇਹ ਖਾਦ ਮਿਲੇਗੀ। ਆਰਗੈਨਿਕ ਖਾਦ ਹੈ ਤਾਂ ਪੂਰਾ ਪ੍ਰੋਸੀਜਰ ਦਿਖਾਇਆ।
ਭਾਈ ਝਾੜ ਦੇ ਵਿੱਚ ਕੋਈ ਫਰਕ ਪੈਂਦਾ, ਕੋਈ ਕਮੀ ਰਹਿ ਜਾਂਦੀ ਜਾਂ ਕੋਈ ਵਾਧੇ ਚ? ਆਰਗੈਨਿਕ ਖਾਦ ਜਿਹੜੀ ਹੈਗੀ ਆ ਸਰ, ਉਹਨੇ ਤੁਹਾਡੀ ਚੀਜ਼ ਦੇ ਜਿਹੜੇ ਤੱਤ ਹੈਗੇ ਉਹ ਮੌਜੂਦਾ ਤੱਤ ਦੇਣੇ ਹੈਗੇ ਆ। ਜਿਸ ਤਰ੍ਹਾਂ ਅਸੀਂ ਦਵਾਈਆਂ ਪਾ ਕੇ ਉਹਨਾਂ ਨੂੰ ਗਰੋਥ ਵਧਾਉਣੇ ਹੈਗੇ ਆ, ਜਾਂ ਉਹਨਾਂ ਦੀ ਆਪਾਂ ਕਹਿ ਲਓ ਮੈਸਟੀਸਾਈਡ ਪਾਉਂਦੇ ਵੀ ਕੀੜੇ ਕਰ ਮੁਕਤ ਕਰ ਦਈਏ। ਔਰ ਇਹਦੇ ਵਾਸਤੇ ਅਸੀਂ ਇੱਕ ਜ਼ਿਮੀਂਦਾਰ ਨੂੰ ਹੋਰ ਵੀ ਬੜਾ ਅੱਛਾ ਸੁਝਾਅ ਦਿੰਦੇ ਹਾਂ ਵੀ ਜਿਹੜੇ ਸਪਰੇਅ ਤੁਸੀਂ ਲਗਾਤਾਰ ਖੇਤਾਂ 'ਚ ਪਾ ਰਹੇ ਹੈਗੇ ਆ, ਉਹ ਵੀ ਤੁਸੀਂ ਆਰਗੈਨਿਕ ਸਪਰੇਅ ਬਣਾਓ। ਬਹੁਤ ਈਜ਼ੀ ਤਰੀਕੇ ਨਾਲ ਬਣਦਾ ਹੈਗਾ ਆ। 10 ਕਿਲੋ ਗੁੜ ਲੈ ਲਓ, 2 ਕਿਲੋ ਲਸਣ ਲੈ ਲਓ, 2 ਕਿਲੋ ਹਰੀਆਂ ਮਿਰਚਾਂ ਨੂੰ ਪੀਹ ਕੇ ਚੰਗੀ ਤਰ੍ਹਾਂ ਉਹਨੂੰ ਕੱਪੜੇ 'ਚ ਨਿਚੋੜ ਕੇ ਗੁੜ ਵਾਲੇ ਪਾਣੀ ਦੇ ਵਿੱਚ ਪਾ ਕੇ 50 ਲੀਟਰ ਪਾਣੀ ਦੇ ਆਪਣੇ 5 ਟੈਂਕ ਭਰ ਕੇ ਆਪਣੀ ਫਸਲ ਤੇ ਕਰ ਦਿਓ। ਉਹ ਤੁਹਾਡੇ ਉਸ ਫਸਲ ਦੇ ਆਲੇ ਦੁਆਲੇ ਕੋਈ ਟਿੱਡੀ ਦਲ, ਕੋਈ ਗੁੱਲੀ ਡੰਡਾ, ਕੋਈ ਕਿਸੇ ਤਰੀਕੇ ਦੀ ਕੋਈ ਬਿਮਾਰੀ ਨਹੀਂ ਪਊਗੀ। ਇਹ ਅਸੀਂ ਤਜਰਬਾ ਆਪ ਪਰਤਾਇਆ ਹੋਇਆ ਜੀ ਪਿਛਲੇ 1 ਸਾਲ ਤੋਂ। ਇਹ ਲੋਕ ਕਈ ਵਾਰ ਤਜਰਬੇ ਦੱਸਦੇ ਨਹੀਂ ਅੱਗੇ, ਪਰ ਜਿੱਦਾਂ ਦੀ ਦੁਰਦਸ਼ਾ ਕਿਸਾਨਾਂ ਦੀ ਸਰਕਾਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ, ਮੈਂ ਹਰ ਇੱਕ ਜ਼ਿਮੀਂਦਾਰ ਭਰਾ ਨੂੰ ਕਹਿੰਦਾ ਹੈਗਾ ਆ, ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਵੀ ਆਰਗੈਨਿਕ ਫਾਰਮਿੰਗ ਵਾਸਤੇ ਜੇ ਕਿਸੇ ਜ਼ਿਮੀਂਦਾਰ ਕਿਸਾਨ ਭਰਾ ਦੇ ਖੇਤ ਦੇ ਵਿੱਚ ਸੇਕ ਲੱਗੀ ਹੋਈ ਹੈਗੀ ਆ, ਉਹ ਕੁਝ ਵੀ ਨਾ ਕਰੇ, ਦਵਾਈਆਂ ਮੁਕਤ ਕਰ ਦੇਵੇ ਜ਼ਮੀਨ ਆਪਣੀ। ਉਹ ਬਾਜ਼ਾਰ ਦੇ ਵਿੱਚੋਂ ਚੌਥੇ ਦਰਜੇ ਦੀ ਹਿੰਗ ਲੈ ਕੇ ਆਪਣੇ ਚਲੇ ਦੇ ਵਿੱਚ ਸਿੱਟ ਦੇਵੇ, ਪੋਟਲੀ ਬੰਨ੍ਹ ਕੇ। ਉਹ ਜਿੱਦਾਂ ਜਿੱਦਾਂ ਉਹਦਾ ਚਲੇ ਦਾ ਪਾਣੀ ਉਹਦੇ ਖੇਤ ਵਿੱਚ ਸਰਕੂਲੇਟ ਹੋਈ ਜਾਏਗਾ, ਉਹ ਹਿੰਗ ਦਾ ਪਾਣੀ ਮੂਵ ਕਰੇਗਾ, ਵਿਦਿਨ ਮੰਥ ਔਰ 2 ਮੰਥ ਉਹਦੇ ਖੇਤ ਦੀ ਸਾਰੀ ਜਿਹੜੀ ਸੇਕ ਹੈਗੀ ਖਤਮ ਹੋ ਜਾਊਗੀ ਜੀ। ਇਹ ਵੀ ਬਾਤ ਆ। ਤਾਂ ਬਿਲਕੁਲ ਇਹ ਆਰਗੈਨਿਕ ਤਰੀਕੇ ਦੇ ਨਾਲ, ਜਿੱਥੇ ਖਾਦ ਦਾ ਤੁਹਾਨੂੰ ਪ੍ਰੋਸੀਜਰ ਭਾਈ ਸਾਹਿਬ ਦੇ ਵੱਲੋਂ ਦੱਸਿਆ ਗਿਆ, ਤਾਂ ਉੱਥੇ ਇੱਕ ਵੱਡਾ ਐਲਾਨ ਵੀ ਕੀਤਾ ਹੈ ਵੀ ਜਿਹੜੇ ਦਿੱਲੀ ਧਰਨੇ ਦੇ ਵਿੱਚ ਕਿਸਾਨ ਬੈਠੇ ਨੇ, ਜੇ ਉਹਨਾਂ ਦੇ ਵਿੱਚੋਂ ਕੋਈ ਆਰਗੈਨਿਕ ਫਾਰਮਿੰਗ ਕਰਦਾ ਹੈ ਤਾਂ ਉਹਨਾਂ ਦੇ ਲਈ ਹਮੇਸ਼ਾ ਹਾਜ਼ਰ ਨੇ, ਖਾਦ ਵੀ ਦੇਣਗੇ ਉਹਨਾਂ ਨੂੰ, ਉਹਨਾਂ ਦੀ ਮਦਦ ਹਰ ਤਰੀਕੇ ਦੇ ਨਾਲ ਕਰਨਗੇ। ਔਰ ਦੇਸੀ ਨੁਕਤੇ ਵੀ ਦੱਸ ਰਹੇ ਨੇ ਵੀ ਅਸੀਂ ਆਰਗੈਨਿਕ ਚੀਜ਼ਾਂ ਦੇ ਨਾਲ ਫਸਲਾਂ ਕਿਵੇਂ ਤਿਆਰ ਕਰ ਸਕਦੇ ਹਾਂ, ਆਪਣੀਆਂ ਜ਼ਮੀਨਾਂ ਨੂੰ ਕਿਵੇਂ ਬਚਾ ਸਕਦੇ ਹਾਂ। ਤਾਂ ਇਹ ਰਿਪੋਰਟ ਤੁਹਾਨੂੰ ਕਿੱਦਾਂ ਦੀ ਲੱਗੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੇਕਰ ਤੁਸੀਂ ਹਮਦਰਦ ਮੀਡੀਆ ਦੇ ਰਾਹੀਂ, ਹਮਦਰਦ ਮੀਡੀਆ ਕੈਮਰੇ ਦੇ ਰਾਹੀਂ ਕੋਈ ਖਬਰ ਨਸ਼ਰ ਕਰਵਾਉਣਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ। ਸਕਰੀਨ ਦੇ ਉੱਤੇ ਸਾਡਾ ਨੰਬਰ ਲਗਾਤਾਰ ਫਲੈਸ਼ ਹੋ ਰਿਹਾ, ਸਾਡੇ ਨਾਲ ਸੰਪਰਕ ਤੁਸੀਂ ਜਦੋਂ ਮਰਜ਼ੀ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਉਸ ਚੀਜ਼ ਨੂੰ ਦੁਨੀਆ ਤੱਕ ਪਹੁੰਚਾਉਣ ਦੀ। ਤਾਂ ਅੱਜ ਦੀ ਇਸ ਰਿਪੋਰਟ ਦਾ ਸਾਡਾ ਮੰਤਵ ਇੱਕੋ ਸੀਗਾ ਵੀ ਜਿੱਥੇ ਅੱਜ ਕਿਸਾਨ ਨੂੰ ਅਨਪੜ੍ਹ ਕਿਹਾ ਜਾਂਦਾ ਹੈ, ਕਿਸਾਨ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਜਾਂਦੇ ਨੇ, ਤਾਂ ਅੱਜ ਉਹੀ ਕਿਸਾਨਾਂ ਦੇ ਵੱਲੋਂ ਕਿਵੇਂ ਦੇਸੀ ਜੁਗਾੜ ਲਗਾ ਕੇ ਵੇਸਟੇਜ, ਜਿਹਨੂੰ ਅਸੀਂ ਕਈ ਵਾਰ ਨਾਲੀਆਂ ਦੀ ਬਲੋਕੇਜ ਦੇ ਵਿੱਚ ਦੇਖਦੇ ਹਾਂ, ਸੀਵਰੇਜ ਦੀ ਬਲੋਕੇਜ ਦੇ ਵਿੱਚ ਦੇਖਦੇ ਹਾਂ, ਤਾਂ ਉਸੇ ਹੀ ਕੂੜੇ ਕਰਕਟ ਨੂੰ, ਜਿਸ ਦੀ ਬਦਬੂ ਤੋਂ ਆਪਾਂ ਪਰੇਸ਼ਾਨ ਹੁੰਦੇ ਹਾਂ, ਤਾਂ ਅੱਜ ਉਸੇ ਹੀ ਕੂੜੇ ਕਰਕਟ ਤੋਂ ਇਸ ਕਿਸਾਨ ਦੇ ਵੱਲੋਂ ਇੱਕ ਜੈਵਿਕ ਖਾਦ ਤਿਆਰ ਕਰ ਦਿੱਤੀ ਗਈ ਹੈ। ਔਰ ਜੈਵਿਕ ਖਾਦ ਕਿੰਨੀ ਲਾਹੇਵੰਦ ਹੈ ਉਸ ਦਾ ਅੰਦਾਜ਼ਾ ਵੀ ਤੁਸੀਂ ਉਹਨਾਂ ਤੋਂ ਸੁਣ ਕੇ ਲਗਾ ਲਿਆ ਹੋਵੇਗਾ। ਫਿਲਹਾਲ ਇਹ ਰਿਪੋਰਟ ਤੁਹਾਨੂੰ ਕਿੱਦਾਂ ਦੀ ਲੱਗੀ, ਆਪਣੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਜਲੰਧਰ।